देख रहे हैं सारे दोस्तों ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਜੀ ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਤੁਹਾਡੀ ਜਿੱਦੀ ਮਰ ਜਾਣੀ ਤੇ ਲੈ ਕੇ ਹਾਜ਼ਰ ਹਾਂ ਅੱਜ ਬਹੁਤ ਹੀ ਖੂਬਸੂਰਤ ਸ਼ੋਅ ਅਦਬੀ ਪੈੜਾਂ ਤੇ ਅਦਬੀ ਪੈੜਾਂ ਵਿੱਚ ਦੋਸਤੋ ਅਸੀਂ ਉਹਨਾਂ ਪਰਸਨੈਲਿਟੀਜ਼ ਨੂੰ ਆਪ ਸਭ ਦੇ ਰੂਬਰੂ ਕਰਾਵਾਂਗੇ ਜਿਹੜੇ ਸਾਹਿਤ ਦੇ ਨਾਲ ਜੁੜੇ ਹੋਏ ਆ, ਆਪਣੀ ਕਲਮ ਦੇ ਨਾਲ ਸਮਾਜ ਨੂੰ ਸੇਧ ਦਿੱਤੀ ਆ ਤੇ ਸਾਨੂੰ ਬਹੁਤ ਹੀ ਖੂਬਸੂਰਤ ਆਪਣੀਆਂ ਰਚਨਾਵਾਂ ਦੇ ਨਾਲ ਨਿਵਾਜਿਆ ਆ। ਤੇ ਅੱਜ ਜਿਸ ਪਰਸਨੈਲਿਟੀ ਦੇ ਨਾਲ ਮੈਂ ਤੁਹਾਨੂੰ ਰੂਬਰੂ ਕਰਾਉਣ ਚੱਲੀ ਆ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈਗੀ ਆ ਬਹੁਤ ਹੀ ਵੱਖਰੀ ਆ ਤੇ ਸਮਾਜ ਲਈ ਵੀ ਬਹੁਤ ਹੀ ਕੁਛ ਕੀਤਾ ਉਹਨਾਂ ਨੇ ਤੇ ਐਜ਼ ਏ ਪੱਤਰਕਾਰ ਵੀ ਆ ਤੇ ਐਜ਼ ਏ ਨੋਵਲਿਸਟ ਵੀ ਆ ਤੇ ਕਰਾਉਣੇ ਆ ਆਪ ਸਭ ਨੂੰ ਉਹਨਾਂ ਦੇ ਰੂਬਰੂ ਸਾਡੇ ਕੁਲਦੀਪ ਸਿੰਘ ਵੇਦੀ ਜੀ ਤੇ ਕਰਦੇ ਆ ਉਹਨਾਂ ਦਾ ਨਿੱਘਾ ਸਵਾਗਤ ਦੋਸਤੋ। ਤੇ ਬੇਦੀ ਸਾਹਿਬ ਬਹੁਤ ਬਹੁਤ ਤੁਹਾਡਾ ਨਿੱਘਾ ਸਵਾਗਤ ਤੇ ਜੀ ਆਇਆਂ ਨੂੰ ਕਰਦੇ ਆ। ਮਿਹਰਬਾਨੀ ਬੜੀ ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ। ਹਾਂਜੀ ਤੇ ਕੁਲਦੀਪ ਵੇਦੀ ਜੀ ਆਪਾਂ ਤਾਂ ਕਹਾਂਗੇ ਦੀ ਕੁਲਦੀਪ ਵੇਦੀ ਜੀ ਤੇ ਸਾਡੇ ਦੋਸਤਾਂ ਨੂੰ ਆਪਣਾ ਥੋੜਾ ਜਿਹਾ ਇੰਟਰੋਡਕਸ਼ਨ ਜਿਹੜੀ ਹੈਗੀ ਆ ਆਪਣੇ ਲਫ਼ਜ਼ਾਂ ਵਿੱਚ ਦਿਓ ਕਿਉਂਕਿ ਮੇਰੇ ਕੋਲ ਤਾਂ ਲਫ਼ਜ਼ ਵੀ ਨਹੀਂ ਮਿਲ ਰਿਹਾ ਇਸ ਟਾਈਮ ਕਿ ਤੁਹਾਡੀ ਜਿਹੜੀ ਇੰਟਰੋਡਕਸ਼ਨ ਕਿਹੜੇ ਅੱਖਰਾਂ ਦੇ ਨਾਲ ਕਰਾਂ। ਦੇਖੋ ਜੀ ਗੱਲ ਇਹ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਜ਼ਿੰਦਗੀ 'ਚ ਮੈਂ ਅੱਖਰਾਂ ਨਾਲ ਜੁੜਿਆ ਰਿਹਾ। ਜੇ ਮੈਂ ਆਪਣਾ ਸਫ਼ਰ ਕਹਾਣੀ ਦੇ ਨਾਲ ਸ਼ੁਰੂ ਕੀਤਾ ਫਿਰ ਮੈਂ ਨਾਵਲਾਂ ਵਾਲੇ ਪਾਸੇ ਆਇਆ, ਫਿਰ ਮੈਂ ਵਾਰਤਕ ਵਾਲੇ ਪਾਸੇ ਆਇਆ, ਸਫ਼ਰਨਾਮੇ ਵਾਲੇ ਪਾਸੇ ਆਇਆ। ਇਹ ਚੀਜ਼ਾਂ ਮੈਂ ਜ਼ਿੰਦਗੀ ਦੇ ਵਿੱਚ ਲਿਖੀਆਂ। ਲੇਕਿਨ ਇਹਦੇ ਨਾਲ ਨਾਲ ਇਹ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਮੇਰਾ ਜਿਹੜਾ ਕਿੱਤਾ ਸੀਗਾ ਆਪਣਾ ਉਹ ਪੱਤਰਕਾਰੀ ਦਾ ਕਿੱਤਾ ਔਰ ਪੱਤਰਕਾਰੀ ਦੇ ਕਿੱਤੇ ਨਾਲ ਮੈਂ ਸੰਨ 74 ਤੋਂ 1974 ਤੋਂ ਜੁੜਿਆ ਹੋਇਆ। ਸੋ ਇਹ ਮੇਰਾ ਜਿਹੜਾ ਸਫ਼ਰ ਆ 74 ਤੋਂ ਲੈ ਕੇ 2020 ਤੱਕ ਇਸ ਸਾਲ ਦੇ ਵਿੱਚ ਮੈਂ ਰਿਟਾਇਰ ਹੋਇਆ ਜਾਂ ਮੇਰੀ ਨੌਕਰੀ ਜਿਹੜੀ ਹੈ ਉਹ ਹੁਣ ਨਹੀਂ ਹੈਗੀ। ਲੇਕਿਨ ਇਹਨਾਂ 40-42 ਸਾਲਾਂ ਦੇ ਵਿੱਚ ਮੇਰਾ ਬੜਾ ਇਹ ਸਫ਼ਰ ਜਿਹੜਾ ਬਹੁਤ ਹੰਗਾਮਿਆਂ ਭਰਪੂਰ ਵੀ ਰਿਹਾ ਔਰ ਇਹਦੇ ਨਾਲ ਨਾਲ ਮੈਂ ਜਦੋਂ ਮੈਨੂੰ ਮੌਕਾ ਮਿਲਦਾ ਸੀਗਾ ਮੈਂ ਆਪਣੀ ਕਹਾਣੀ ਦੀ ਰਚਨਾ ਕਰਦਾ ਸੀਗਾ, ਨਾਵਲ ਦੀ ਰਚਨਾ ਕਰਦਾ ਸੀਗਾ। ਜੇ ਮੈਂ ਬਾਹਰਲੇ ਦੇਸ਼ਾਂ ਦੇ ਦੌਰੇ ਕਰਦਾ ਸੀਗਾ ਤਾਂ ਉਹਨਾਂ ਦੇ ਵੀ ਬਿਰਤਾਂਤ ਜਿਹੜੇ ਨੇ ਉਹ ਵੀ ਮੈਂ ਪੇਸ਼ ਕਰਦਾ ਸੀਗਾ। ਸੋ ਇਹ ਮੇਰਾ ਜਿਹੜਾ ਸਫ਼ਰ ਹੈ ਬੜਾ ਰੰਗ ਬਰੰਗਾ ਔਰ ਵੰਨ-ਸੁਵੰਨਾ ਰਿਹਾ ਤੇ ਬਹੁਤ ਹੀ ਵਧੀਆ ਲੱਗਾ ਕਿ ਤੁਹਾਡਾ ਜਿਹੜਾ ਸਫ਼ਰ ਇਹ ਜ਼ਿੰਦਗੀ ਦਾ ਹੈਗਾ ਰੰਗ ਬਰੰਗਾ ਤੇ ਸੁਹਾਵਣਾ ਰਿਹਾ। ਤੇ ਗੱਲਾਂ ਆਪਾਂ ਕਰਦੀਆਂ ਤੁਹਾਡੇ ਨੋਵਲਸ ਤੋਂ ਪਹਿਲਾਂ ਕਿ ਪੱਤਰਕਾਰੀ ਨੂੰ ਆਪਾਂ ਜਿਹੜਾ ਹੈਗਾ ਇੱਕ ਵਾਰੀ ਇੱਕ ਪਾਸੇ ਰੱਖ ਲੈਂਦੇ ਆ ਤੇ ਆਪਾਂ ਗੱਲਾਂ ਕਰਦੇ ਆ ਜਿਹੜੀਆਂ ਰੰਗ ਤੁਸੀਂ ਕਿਹਾ ਨਾ ਵੰਨ ਸਮੰਨਾ ਇੱਕ ਉਹ ਸਫ਼ਰ ਜਿਹੜਾ ਹੈ ਉਹ ਤੋਂ ਸ਼ੁਰੂ ਕਰਦੇ ਆ। ਨੋਵਲ ਜਿਹੜੇ ਹੈਗੇ ਆ ਤੁਸੀਂ ਲਿਖੇ ਤੇ ਨੋਵਲ ਮੇਰੇ ਜਿੱਥੇ ਤੱਕ ਮੈਨੂੰ ਨੌਲੇਜ ਹੈਗੀ ਤੁਸੀਂ 5 ਨੋਵਲ ਲਿਖੇ ਆ। ਹਾਂਜੀ ਉਹ ਪੰਜਾਂ ਦੇ ਵਿੱਚੋਂ ਨੋਵਲ ਚਲੋ ਆਪਾਂ ਇਹ ਨਹੀਂ ਪੁੱਛਦੇ ਕਿ ਪਹਿਲਾਂ ਕਿਹੜਾ ਲਿਖਿਆ ਤੇ ਦੂਜਾ ਕਿਹੜਾ ਲਿਖਿਆ। ਕੱਲ ਮੈਂ ਕਰਦੀ ਆ ਨੋਵਲ ਤੁਹਾਡੇ ਸੰਗਲ ਨਾ ਫੜ ਤੇ ਸੰਗਲ ਨਾ ਫੜ ਦਾ ਇਹ ਇੱਕ ਟਾਈਟਲ ਜਿਹੜਾ ਹੈਗਾ ਆ ਇਹਦੇ ਪਿੱਛੇ ਕੀ ਇੱਕ ਕੋਈ ਕਹਾਣੀ ਛੁਪੀ ਹੋਈ ਆ ਜਾਂ ਕੀ ਨਾ ਕਿਉਂ ਤੁਸੀਂ ਇਹਦਾ ਰੱਖਿਆ ਸੰਗਲ ਨਾ ਫੜ। ਸੰਗਲ ਨਾ ਫੜ ਜਿਹੜਾ ਨਾ ਇਹ ਬੜਾ ਸਿੰਬੋਲਿਕ ਜਿਹਾ ਨਾਂ ਹੈ। ਮੇਰੇ ਨਾਵਲਾਂ ਦੇ ਸਾਰੇ ਵੈਸੇ ਨਾਂ ਜਿਹੜੇ ਨੇ ਇਦਾਂ ਦੇ ਨੇ। ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਸਾਡੇ ਜਿਹੜੇ ਪੰਜਾਬ ਦੇ ਪਿੰਡਾਂ ਵਿੱਚ ਟਰਾਲੀਆਂ ਚੱਲਦੀਆਂ ਨੇ, ਟਰੈਕਟਰ ਦੇ ਪਿੱਛੇ ਟਰਾਲੀ ਲੱਗੀ ਹੁੰਦੀ ਹੈ, ਉਹ ਟਰਾਲੀਆਂ ਪਿੱਛੇ ਲਿਖਿਆ ਹੁੰਦਾ ਵੀ ਮੂਰਖਾ ਸੰਗਲ ਨਾ ਫੜ। ਉਹਦਾ ਮਤਲਬ ਇਹ ਹੁੰਦਾ ਵੀ ਉਹ ਤਾਂ ਲਿਖਿਆ ਹੁੰਦਾ ਨਾ ਮੂਰਖਾ ਸੰਗਲ ਨਾ ਫੜ ਵੀ ਜੇ ਭਾਈ ਤੂੰ ਇਹ ਸੰਗਲ ਫੜ ਲਿਆ, ਇੱਕ ਸਾਈਕਲ ਦੇ ਬੰਦਾ ਪੈਡਲ ਮਾਰਦਾ ਜਾ ਰਿਹਾ ਉਹ ਸੋਚਦਾ ਜੇ ਮੈਂ ਸੰਗਲ ਫੜ ਲਵਾਂਗਾ ਨਾ ਮੈਨੂੰ ਪੈਡਲ ਮਾਰਨ ਦੀ ਲੋੜ ਨਹੀਂ ਤੇ ਮੈਂ ਬੜੇ ਆਰਾਮ ਨਾਲ ਆਪਣੇ ਪਿੰਡ ਪਹੁੰਚ ਜਾਵਾਂ। ਪਰ ਉਹਦੇ ਨਾਲ ਇੱਕ ਖਤਰਾ ਹੋਰ ਆ ਵੀ ਉਹ ਐਕਸੀਡੈਂਟ ਵੀ ਉਹ ਨਾਲ ਹੋ ਸਕਦਾ, ਹਾਦਸਾ ਵਾਪਰ ਸਕਦਾ ਔਰ ਉਹ ਬੰਦਾ ਸੱਟ ਪੇਟ ਲਵਾ ਸਕਦਾ, ਆਪਣੀ ਜਾਨ ਵੀ ਗਵਾ ਸਕਦਾ। ਇਸ ਕਰਕੇ ਆਮ ਤੌਰ ਦੇ ਉੱਤੇ ਲਿਖਿਆ ਹੁੰਦਾ ਮੂਰਖਾ ਸੰਗਲ ਨਾ ਫੜ। ਇਹ ਲਫ਼ਜ਼ ਮੈਂ ਉੱਥੋਂ ਲਿਆ ਸੀ। ਇਹਦਾ ਮਤਲਬ ਦੂਜਾ ਪੱਖ ਦੱਸਣਾ ਚਾਹੁੰਦਾ। ਮੈਂ ਜ਼ਿਕਰ ਕੀਤਾ ਸ਼ੁਰੂ ਦੇ ਵਿੱਚ ਵੀ ਮੈਂ ਜਦੋਂ ਛੋਟਾ ਹੁੰਦਾ ਸੀਗਾ ਤੇ ਸਾਡੀ ਮਾਤਾ ਸਾਨੂੰ ਦਰਬਾਰ ਸਾਹਿਬ ਲੈ ਕੇ ਜਾਂਦੀ ਸੀ। ਉੱਥੇ ਸਰੋਵਰ ਵਿੱਚ ਜਦੋਂ ਇਸ਼ਨਾਨ ਕਰਨਾ ਨਾ ਤੇ ਸਾਡੀ ਮਾਤਾ ਨੇ ਕਹਿਣਾ ਵੀ ਕਾਕਾ ਇਹ ਸੰਗਲ ਫੜ ਲੈ, ਇੱਥੇ ਸੰਗਲ ਲੱਗਾ ਹੋਇਆ ਪੌੜੀ ਦੇ ਵਿੱਚ ਤੇ ਤੇਰਾ ਬਚਾਅ ਰਹੂਗਾ। ਜੇ ਤੂੰ ਸੰਗਲ ਨਾ ਫੜਿਆ ਤੂੰ ਪਾਣੀ ਵਿੱਚ ਡੁੱਬ ਵੀ ਸਕਦਾ।
ਹੁਣ ਇਸ ਨਾਵਲ ਦੇ ਵਿੱਚ ਇਹ ਸੰਗਲ ਜਿਹੜਾ ਹੈ ਦੋ ਤਰ੍ਹਾਂ ਨਾਲ ਪੇਸ਼ ਹੋਇਆ। ਇੱਕ ਤਾਂ ਉਹ ਲੋਕ ਜਿਹੜੇ ਲਾਈਫ ਦੇ ਵਿੱਚ ਸ਼ਾਰਟਕਟ ਮਾਰਦੇ ਨੇ ਵੀ ਆਪਾਂ ਸੰਗਲ ਫੜ ਲਾਂਗੇ ਔਰ ਛੇਤੀ ਪਹੁੰਚ ਜਾਵਾਂਗੇ। ਕਈਆਂ ਲੋਕਾਂ ਦਾ ਕੈਰੀਅਰ ਵੀ ਇਹੋ ਜਿਹਾ ਲੋਕੀ ਬਣਾਉਂਦੇ ਨੇ ਵੀ ਆਪਾਂ ਇਹ ਛੜਪਾ ਮਾਰ ਕੇ ਆਪਾਂ ਸਿਖਰ ਤੇ ਪਹੁੰਚ ਜਾਈਏ, ਲੇਕਿਨ ਉਹ ਜੇ ਮੂਧੇ ਮੂੰਹ ਡਿੱਗਦੇ ਆ ਤਾਂ ਬਹੁਤ ਬੁਰੀ ਤਰ੍ਹਾਂ ਡਿੱਗਦੇ ਆ। ਦੂਜਾ ਸੰਗਲ ਫੜ ਕੇ ਰੱਖਣ ਵਾਲੇ ਉਹ ਲੋਕ ਨੇ ਜਿਹੜੇ ਬੜੇ ਬਚ-ਬਚ ਕੇ ਚੱਲਦੇ ਜ਼ਿੰਦਗੀ ਦੇ ਵਿੱਚ। ਔਰ ਇਹਨਾਂ ਦੋਨਾਂ ਤਰ੍ਹਾਂ ਦੇ ਪਾਤਰ ਜਿਹੜੇ ਆ ਇਸ ਨਾਵਲ ਦੇ ਵਿੱਚ ਪੇਸ਼ ਹੁੰਦੇ ਆ। ਇਸ ਕਰਕੇ ਇਹਦਾ ਨਾਂ ਜਿਹੜਾ ਸੀਗਾ ਸੰਗਲ ਨਾ ਫੜ ਰੱਖਿਆ ਗਿਆ। ਤੇ ਸੰਗਲ ਨਾ ਫੜ ਹੁਣ ਜਿੱਦਾਂ ਤੁਸੀਂ ਦੋ ਇੱਕ ਪਹਿਲੂ ਪੇਸ਼ ਕਰ ਦਿੱਤੇ ਆ ਤੇ ਤੁਸੀਂ ਕਿਹਾ ਕਿ ਜਿਹੜੇ ਸੰਗਲ ਫੜ ਕੇ ਤੁਰਦੇ ਆ ਉਹ ਜ਼ਿੰਦਗੀ ਦੇ ਵਿੱਚ ਲੋਕ ਘੱਟ ਕਾਮਯਾਬ ਹੁੰਦੇ ਆ ਤੇ ਉਹ ਸ਼ਾਰਟਕਟ ਲੱਭਦੇ ਆ ਤਰੱਕੀ ਪਾਉਣ ਵਾਸਤੇ। ਦੂਜਾ ਪੱਖ ਸੰਗਲ ਨੂੰ ਘੁੱਟ ਕੇ ਫੜ ਲੈਣਾ ਪੰਜਾਬੀ ਸਿੱਧੀ ਭਾਸ਼ਾ ਦੇ ਵਿੱਚ। ਤੇ ਮੇਨ ਤੁਹਾਡਾ ਮਕਸਦ ਇਹ ਸੰਗਲ ਨਾ ਫੜ ਦੇ ਜਿਹੜਾ ਹੈਗਾ ਆ ਉਹਦੇ ਵਿੱਚ ਕੀ ਤੁਸੀਂ ਦਰਸਾਉਣਾ ਚਾਹਿਆ ਕਿ ਇਨਸਾਨ ਨੂੰ ਜਿਹੜੀ ਜ਼ਿੰਦਗੀ ਹੈਗੀ ਆ ਕਿਹੜੇ ਢੰਗ ਨਾਲ ਜੀਣੀ ਚਾਹੀਦੀ ਆ, ਕਿ ਸੰਗਲ ਘੁੱਟ ਕੇ ਫੜਨਾ ਚਾਹੀਦਾ ਆ ਜਾਂ ਸਾਨੂੰ ਉਹ ਸੰਗਲ ਜਿਹੜਾ ਹੈਗਾ ਆ ਫੜ ਕੇ ਤੁਰਨਾ ਚਾਹੀਦਾ ਕਿ ਨਹੀਂ ਚਾਹੀਦਾ? ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਇਹ ਸੰਗਲ ਫੜਨਾ ਇਹਦੀਆਂ ਦੋ ਤਰ੍ਹਾਂ ਦੀਆਂ ਸਥਿਤੀਆਂ 'ਚ ਪੇਸ਼ ਹੋਈਆਂ ਨੇ। ਇੱਕ ਦੇ ਵਿੱਚ ਸੰਗਲ ਫੜਨਾ ਜਿਹੜਾ ਉਹ ਘਾਤਕ ਹੋ ਸਕਦਾ, ਇੱਕ ਵਿੱਚ ਜਿਹੜਾ ਸੰਗਲ ਫੜਨਾ ਆ ਉਸ ਜ਼ਿੰਦਗੀ ਵਿੱਚ ਬਚ-ਬਚ ਕੇ ਚੱਲਣਾ ਵੀ ਹੋ ਸਕਦਾ। ਸੋ ਇਹ ਦੋਵੇਂ ਤਰ੍ਹਾਂ ਦਾ ਮਤਲਬ ਇਸ ਨਾਵਲ ਦੇ ਵਿੱਚ ਹੈ। ਇਸ ਨਾਵਲ ਦੀ ਨਾ ਸਭ ਤੋਂ ਵੱਡੀ ਸਿਫਤ ਇਹ ਹੈ ਵੀ ਸਾਡੇ ਪੰਜਾਬੀ ਵਿੱਚ ਬਹੁਤ ਘੱਟ ਨਾਵਲ ਇਹੋ ਜਿਹੇ ਨੇ ਜਿਹੜੇ ਮਹਾਨਗਰਾਂ ਤੇ ਲਿਖੇ ਗਏ ਨੇ। ਇਹ ਨਾਵਲ ਜਿਹੜਾ ਹੈ ਇਹ ਮਹਾਨਗਰ ਮੁੰਬਈ ਤੇ ਲਿਖਿਆ ਗਿਆ। ਸਾਡੇ ਲੋਕ ਇੱਥੋਂ ਸਟਰਗਲ ਕਰਨ ਜਾਂਦੇ ਨੇ, ਫਿਲਮਾਂ ਵਿੱਚ ਜਾਂਦੇ ਨੇ ਔਰ ਕਈ ਤਰ੍ਹਾਂ ਦੇ ਪਾਪੜ ਵੇਲਦੇ ਨੇ, ਉਹ ਬਣ ਕੁਛ ਜਾਂਦੇ ਨੇ, ਉੱਥੇ ਜਾ ਕੇ ਕੁਛ ਬਣ ਜਾਂਦੇ ਨੇ। ਸਾਡੇ ਕੋਲ ਬਹੁਤ ਵੱਡੀਆਂ ਵੱਡੀਆਂ ਮਿਸਾਲਾਂ ਨੇ। ਬਾਕੀ ਛੱਡ ਦਿਓ ਵੀ ਕੋਈ ਸਿੰਗਰ ਬਣਨ ਗਿਆ ਸੀ ਜਾਂ ਕੋਈ ਹੀਰੋ ਬਣ ਗਿਆ, ਸਿੰਗਰ ਬਣ ਗਿਆ, ਕੋਈ ਸਿੰਗਰ ਬਣ ਗਿਆ ਸੀ ਹੀਰੋ ਬਣ ਗਿਆ। ਲੇਕਿਨ ਸਭ ਤੋਂ ਵੱਡੀ ਸਾਡੇ ਕੋਲ ਅੱਜ ਕੱਲ੍ਹ ਇੱਕ ਮਿਸਾਲ ਹੈਗੀ ਕਿ ਸ਼ਾਮ ਕੌਸ਼ਲ ਐਕਸ਼ਨ ਡਾਇਰੈਕਟਰ ਨੇ ਫਿਲਮਾਂ ਦੇ ਵਿੱਚ, ਬੜਾ ਨਾਂ ਬੜਾ ਪਪੂਲਰ ਨੇ। ਉਹ ਬੰਦਾ ਸਾਡੇ ਪੰਜਾਬ ਤੋਂ ਆ ਔਰ ਉਹ ਬੰਦਾ ਕਿਸੇ ਵੇਲੇ ਏਜੰਟੀ ਕਰਦਾ ਸੀਗਾ, ਆਪਣਾ ਸਮਾਨ ਵੇਚਣ ਜਾਂਦਾ ਸੀ ਬੰਬੇ ਵਿੱਚ। ਜਿੱਥੇ ਉਹ ਠਹਿਰਦਾ ਹੁੰਦਾ ਸੀਗਾ ਉੱਥੇ ਉਹਦੇ ਨਾਲ ਕੁਝ ਫਾਈਟਰ ਮੁੰਡੇ ਜਿਹੜੇ ਸੀ ਨਾ ਉਹ ਰਹਿੰਦੇ ਹੁੰਦੇ ਸੀਗੇ ਨਾਲ ਦੇ ਕਮਰਿਆਂ ਦੇ ਵਿੱਚ ਜਾਂ ਉਹਨਾਂ ਦੇ ਨਾਲ। ਤਾਂ ਇੱਕ ਦਿਨ ਉਹ ਕਹਿੰਦਾ ਮੈਂ ਵਿਹਲਾ ਸੀਗਾ, ਮੈਨੂੰ ਕਹਿੰਦੇ ਜੀ ਆ ਜਾਓ ਤੁਹਾਨੂੰ ਉੱਥੇ ਫਾਈਟ ਡਾਇਰੈਕਟਰ ਨੂੰ ਮਿਲਾਈਏ, ਤੁਹਾਡਾ ਵੀ ਜੁੱਸਾ ਜਿੱਸਾ ਠੀਕ ਹੈ ਤੇ ਤੁਹਾਨੂੰ ਆਰਾਮ ਨਾਲ 500 ਰੁਪਇਆ ਦਿਹਾੜੀ ਮਿਲ ਜਾਣੀ। ਕਹਿੰਦਾ ਜੀ ਮੈਂ ਉਹ ਫਾਈਟਰ ਨਾਲ ਚਲਾ ਗਿਆ। ਕਈ ਦਿਨ ਜਾਂਦਾ ਰਿਹਾ ਔਰ ਕਹਿੰਦਾ ਜਦੋਂ ਮੈਂ ਅਗਲੀ ਵਾਰੀ ਆਇਆ ਉੱਥੇ ਬੰਬੇ ਦੇ ਵਿੱਚ ਤਾਂ ਮੈਂ ਮਨ ਬਣਾ ਕੇ ਆਇਆ ਵੀ ਮੈਂ ਹੁਣ ਇਸੇ ਲਾਈਨ 'ਚ ਜਾਣਾ। ਔਰ ਉਹ ਸਲਾਮ ਡੌਗ ਮਿਲੀਅਨਰ ਵਰਗੀ ਫਿਲਮ ਜਿਹੜੀ ਹੈ ਉਹਦਾ ਵੀ ਉਹ ਐਕਸ਼ਨ ਡਾਇਰੈਕਟਰ ਹੁੰਦਾ ਹੈ। ਮੇਰਾ ਮਤਲਬ ਏਡੀਆਂ ਵੱਡੀਆਂ ਵੱਡੀਆਂ ਫਿਲਮਾਂ ਇਸ ਵੇਲੇ ਉਹ ਬੰਦਾ ਕਰ ਰਿਹਾ। ਬੰਬਈ ਜਿਹੜੀ ਹੈ, ਬੰਬਈ ਸਾਡੇ ਲੋਕਾਂ ਨੂੰ ਕੀ ਬਣਾਉਂਦੀ ਹੈ ਇਹ ਹੁਣ ਉਸ ਗੱਲ 'ਤੇ ਡਿਪੈਂਡ ਕਰਦਾ ਵੀ ਉਹ ਕਿਹੋ ਜਿਹੀਆਂ ਸਥਿਤੀਆਂ ਦੇ ਵਿੱਚ ਜਿਉਂਦੇ ਉੱਥੇ ਜਾ ਕੇ। ਮੈਂ ਇਹਦੇ ਵਿੱਚੋਂ ਪੰਜਾਬ ਵਿੱਚੋਂ ਕੁਝ ਲੋਕ ਉੱਥੇ ਬੰਬੇ ਗਏ ਨੇ। ਮੈਂ ਕਹਿੰਦਾ ਵੀ ਜਦੋਂ ਛੋਟੇ ਸ਼ਹਿਰ ਵਿੱਚੋਂ ਉੱਠ ਕੇ ਆਪਾਂ ਵੱਡੇ ਸ਼ਹਿਰ 'ਚ ਜਾਂਦੇ ਆ ਤੁਹਾਡਾ ਬਾਕੀ ਰਹਿਣ ਸਹਿਣ ਤਾਂ ਬਦਲਦਾ ਹੀ ਆ, ਨਾਲ ਤੁਹਾਡੀਆਂ ਕਦਰਾਂ ਕੀਮਤਾਂ ਵੀ ਜ਼ਿੰਦਗੀ ਦੀਆਂ ਬਦਲ ਜਾਂਦੀਆਂ। ਮੈਂ ਇਹਦੇ ਵਿੱਚ ਬੰਦੇ ਦਾ ਜ਼ਿਕਰ ਕੀਤਾ ਜਿਹੜਾ ਸੁਫਨ ਸਾਜ਼ ਹੈ ਇੱਕ, ਉਹਨੂੰ ਸੁਪਨੇ ਲੈਣ ਦੀ ਬੜੀ ਆਦਤ ਆ। ਉਹ ਸੁਫਨ ਸਾਜ਼ ਜਿਹੜਾ ਉਹ ਡਾਇਰੈਕਟਰ ਕਹਿੰਦਾ ਮੈਂ ਬਣਨਾ ਹੈ ਔਰ ਸੁਪਨੇ ਲੈ ਰਿਹਾ, ਸੁਪਨੇ ਲੈਣ ਦੇ ਵਿੱਚ ਹੀ ਉਹ ਇੱਕ ਔਰਤ ਨਾਲ ਵਿਆਹ ਕਰਾਉਂਦਾ। ਲੇਕਿਨ ਹੁੰਦਾ ਕੀ ਆ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਆਪਸ 'ਚ ਬਣਦੀ ਨਹੀਂ, ਵੱਖਰੇ ਦੇ ਵੱਖਰੇ ਹੋ ਜਾਂਦੇ ਆ। ਲੇਕਿਨ ਉਹਨਾਂ ਦੀ ਇੱਕ ਜਿਹੜੀ ਬੱਚੀ ਆ ਉਹਨਾਂ ਨੂੰ ਬਾਰ-ਬਾਰ ਜੋੜਨ ਦੀ ਕੋਸ਼ਿਸ਼ ਕਰਦੀ ਆ। ਸੋ ਇਸ ਨਾਵਲ ਦੇ ਵਿੱਚ ਮੈਂ ਸਮਝਦਾ ਵੀ ਇੱਕ ਔਰਤ ਜਿਹੜੀ ਆ ਪਿੰਡ ਵਿੱਚ ਰਹਿੰਦੀ ਆ ਜਾਂ ਕੁੜੀ ਆ ਜਿਹੜੀ ਉਹ ਉੱਥੇ ਆਪਣੇ ਸਿਰ ਨੂੰ ਢੱਕ ਕੇ ਰੱਖਦੀ ਆ ਔਰ ਕਹਿੰਦੀ ਆ ਵੀ ਮੈਨੂੰ ਕੋਈ ਬਹੁਤੇ ਲੋਕੀ ਇਸ ਢੰਗ ਨਾਲ ਦੇਖਣ, ਲੇਕਿਨ ਉੱਥੇ ਜਾ ਕੇ ਉਹ ਕੈਮਰੇ ਸਾਹਮਣੇ ਜੋ ਮਰਜ਼ੀ ਕਰਨ ਲਈ ਤਿਆਰ ਹੋ ਜਾਂਦੀ ਹੈ। ਸੋ ਮੇਰਾ ਮਤਲਬ ਆ ਵੀ ਉਹ ਕਹਿੰਦੇ ਵੀ ਇਹ ਕੋਈ ਏਡੀ ਵੱਡੀ ਗੱਲ ਨਹੀਂ ਜੇ ਇਹ ਸਾਨੂੰ ਕਰਨਾ ਪੈਂਦਾ, ਆਪਣੇ ਕੰਮ ਲਈ ਕਰਨਾ ਹੀ ਪੈਂਦਾ। ਸੋ ਮੈਂ ਸਮਝਦਾ ਕਿ ਜਦੋਂ ਅਸੀਂ ਕਿਸੇ ਵੱਡੇ ਸ਼ਹਿਰ 'ਚ ਜਾਂਦੇ ਹਾਂ ਅਸੀਂ ਉੱਥੋਂ ਦੇ ਮਾਹੌਲ ਦੇ ਅਨੁਸਾਰ ਢਲਣੇ ਸ਼ੁਰੂ ਹੋ ਜਾਂਦੇ ਹਾਂ। ਸਾਡਾ ਉਹੀ ਕਰੈਕਟਰ ਬਣ ਜਾਂਦਾ ਉੱਥੋਂ ਦੇ ਲੋਕਾਂ ਦਾ, ਅਸੀਂ ਉੱਦਾਂ ਦੇ ਹੀ
ਪਦਾਰਥਵਾਦੀ ਬਣ ਜਾਂਦੇ ਆ, ਅਸੀਂ ਉਦਾਂ ਦੇ ਹੀ ਲਾਲਚੀ ਬਣ ਜਾਂਦੇ ਆ ਵੀ ਸਾਨੂੰ ਇਸ ਫਿਲਮ ਦੇ ਵਿੱਚੋਂ ਇੰਨਾ ਫਾਇਦਾ ਹੋ ਸਕਦਾ ਹੈ, ਆਪਾਂ ਇਹ ਫਿਲਮ ਕਰ ਲਈਏ। ਸੋ ਇਸ ਗੱਲਾਂ ਦੇ ਵਿੱਚ ਨਾਲ ਇਹ ਨਾਵਲ ਜਿਹੜਾ ਹੈ ਉਹ ਭਰਿਆ ਹੋਇਆ। ਠੀਕ ਹੈ, ਠੀਕ। ਤੇ ਦੋ ਨੋਵਲ ਤੁਹਾਡੇ ਹੈਗੇ ਆ ਸਿਮਲਰ, ਇੱਕ ਜੇਕਰ ਤੇ ਕਾਸ਼। ਇਹ ਸਿਮਲਰ ਨਾਂ ਜਿਹੜੇ ਤੁਸੀਂ ਰੱਖੇ ਆ ਦੋ ਨੋਵਲਸ ਦੇ, ਤੇ ਜੇਕਰ ਤੋਂ ਬਾਅਦ ਕਾਸ਼ ਆਇਆ ਮੇਰੇ ਖਿਆਲ ਜੀ। ਹਾਂਜੀ, ਤੇ ਜੇਕਰ ਨੋਵਲ ਜਿਹੜਾ ਹੈਗਾ ਉਹਦੇ ਵਿੱਚ ਕਿੱਦਾਂ, ਕਿਉਂਕਿ ਮੈਂ ਜਿੱਦਾਂ ਕਹਾਂ ਕਿ ਮੈਂ ਉਹਨਾਂ ਨੂੰ ਦੱਸਾਂ ਤੇ ਮੈਂ ਜਸਟਿਸ ਨਹੀਂ ਹੋਊਗਾ, ਤੇ ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਦੱਸੋ ਕਿ ਇਹ ਜਿੱਦਾਂ ਜੇਕਰ ਵਿੱਚ ਕੀ ਸੀਗਾ, ਤੇ ਫਿਰ ਉਸ ਤੋਂ ਬਾਅਦ ਕਾਸ਼ ਦੀ ਤੁਸੀਂ ਲਿਆਉਣ ਦੀ ਤੁਹਾਨੂੰ ਕੀ ਜ਼ਰੂਰਤ ਪਈ? ਵੈਸੇ ਜਿੱਦੀ ਮੈਂ ਇਸ ਗੱਲ ਦੀ ਤੁਹਾਡੀ ਦਾਤ ਦਿੰਦਾ ਵੀ ਮੈਨੂੰ ਇਹ ਅੱਜ ਪਤਾ ਲੱਗਾ ਵੀ ਦੋਵੇਂ ਨਾਂ ਇੱਕੋ ਜਿਹੇ ਆ। ਹਾਂਜੀ, ਮੈਨੂੰ ਅੱਜ ਤੱਕ ਧਿਆਨ ਹੀ ਨਹੀਂ ਆਇਆ ਕਦੀ। ਠੀਕ। ਲੇਕਿਨ ਤੁਸੀਂ ਜਦੋਂ ਮੈਨੂੰ ਕਿਹਾ ਜੇਕਰ ਅਸੀਂ ਕਹਿੰਦੇ ਆ ਵੀ ਜੇ ਇਦਾਂ ਹੁੰਦਾ ਤਾਂ ਮੈਂ ਇਦਾਂ ਕਰਦਾ, ਲੇਕਿਨ ਕਾਸ਼ ਦੀ ਸਾਊਂਡ ਵੀ ਉਹੀ ਆ, ਕਾਸ਼ ਇਦਾਂ ਹੁੰਦਾ ਤੇ ਇਦਾਂ ਕਰਦਾ। ਇਹ ਤੁਸੀਂ ਅੱਜ ਮੈਨੂੰ ਦੱਸਿਆ, ਵੈਸੇ ਇਹ ਮੇਰਾ ਧਿਆਨ ਨਹੀਂ ਇੱਧਰ ਗਿਆ। ਬੜੀ ਵਧੀਆ ਗੱਲ ਆ। ਇਹ ਦੋਵੇਂ ਨਾਵਲ ਜਿਹੜੇ ਨੇ ਇਹਨਾਂ 'ਚ ਇੱਕ ਸਿਮਿਲੈਰਿਟੀ ਹੈ ਵੀ ਦੋਵੇਂ ਨਾਵਲਾਂ ਦੀਆਂ ਜਿਹੜੀਆਂ ਮੁੱਖ ਪਾਤਰ ਨੇ ਔਰਤਾਂ ਨੇ। ਅੱਛਾ। ਔਰ ਸੰਘਰਸ਼ਸ਼ੀਲ ਔਰਤਾਂ ਨੇ। ਜੇਕਰ ਵਾਲੀ ਔਰਤ ਜਿਹੜੀ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਕੇ ਦਿਖਾਉਣਾ ਚਾਹੁੰਦੀ ਹੈ, ਲੇਕਿਨ ਉਹਦਾ ਵਿਆਹ ਹੋ ਜਾਂਦਾ, ਵਿਆਹ ਤੋਂ ਬਾਅਦ ਉਹਦੇ ਪਰ ਕੱਟੇ ਜਾਂਦੇ ਆ। ਸਾਡੇ ਸਮਾਜ 'ਚ ਇਦਾਂ ਦੀ ਗੱਲ ਹੈ ਵੀ ਔਰਤ ਨੂੰ ਬਹੁਤਾ ਅੱਗੇ ਨਹੀਂ ਹੋਣ ਦਿੱਤਾ ਜਾਂਦਾ। ਉਹ ਜਿਹੜੇ ਬੰਦੇ ਨਾਲ ਰਹਿੰਦੀ ਉਹਨੂੰ ਬਾਰ-ਬਾਰ ਕਹਿੰਦੀ ਆ ਵੀ ਮੇਰਾ ਆਹ ਦਿਲ ਕਰਦਾ, ਮੇਰਾ ਮੈਂ ਸਕੂਲ ਖੋਲ ਸਕਦੀ ਹਾਂ, ਮੈਂ ਕਰ ਸਕਦੀ ਹਾਂ, ਲੇਕਿਨ ਉਹਨੂੰ ਕਰ ਨਹੀਂ ਦਿੰਦਾ। ਫਿਰ ਉਹ ਜਦੋਂ ਉਹਦਾ ਝਗੜਾ ਉਹਨਾਂ ਵੱਧ ਜਾਂਦਾ, ਫਿਰ ਉਹਨੂੰ ਛੱਡ ਕੇ ਉਹ ਪਾਸੇ ਹੋ ਜਾਂਦੀ ਬੱਚੇ ਲੈ ਕੇ। ਫਿਰ ਉਹ ਸਕੂਲ ਖੋਲ੍ਹਦੀ ਹੈ ਆਪਣਾ। ਫਿਰ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਮਰਦ ਦੀ ਲੋੜ ਮਹਿਸੂਸ ਹੁੰਦੀ ਹੈ। ਫਿਰ ਉਹਨੂੰ 2-3 ਮਰਦ ਉਹਦੀ ਲਾਈਫ ਦੇ ਵਿੱਚ ਆਉਂਦੇ ਆ ਜਿਹੜੇ ਆ ਕੇ ਚਲੇ ਜਾਂਦੇ ਆ। ਉਹਨੂੰ ਫਿਰ ਐਂ ਲੱਗਦਾ ਵੀ ਰਹਿਣ ਵਾਸਤੇ ਜਿਹੜਾ ਕਿਰਾਏ ਦਾ ਮਕਾਨ ਆ ਨਾ, ਉਹ ਇੰਨਾ ਵਧੀਆ ਨਹੀਂ ਹੁੰਦਾ ਜਿੰਨਾ ਵਧੀਆ ਆਪਣਾ ਘਰ ਹੁੰਦਾ। ਵੀ ਘਰ ਦੇ ਵਿੱਚ ਤੁਹਾਡੀਆਂ ਨੀਹਾਂ ਜਿਹੜੀਆਂ ਨੇ ਮਜ਼ਬੂਤ ਹੋਣੀਆਂ ਚਾਹੀਦੀਆਂ, ਔਰ ਛੱਤ ਨੂੰ ਸਾਂਭਣ ਵਾਲਾ ਇੱਕ ਪਿਲਰ ਹੋਣਾ ਚਾਹੀਦਾ। ਉਹ ਪਤੀ ਹੋ ਸਕਦਾ, ਹੋਰ ਕੋਈ ਨਹੀਂ ਹੋ ਸਕਦਾ। ਲੇਕਿਨ ਜਿੰਨੀ ਦੇਰ ਨੂੰ ਇਹ ਗੱਲ ਸਮਝ ਆਉਂਦੀ ਆ ਉਹਨੂੰ, ਆਪਣੇ ਘਰ ਵਾਪਸ ਆਉਂਦੀ ਆ, ਉਹਦਾ ਪਤੀ ਡੈਥ ਬੈੱਡ ਤੇ ਹੁੰਦਾ। ਇੱਕ ਤਾਂ ਜੇਕਰ ਦੇ ਵਿੱਚ ਇਹ ਸੀਗਾ। ਜੇਕਰ ਦੇ ਵਿੱਚ ਉਹਨੇ ਸੋਚਿਆ ਸੀ ਮੈਂ ਇੱਦਾਂ ਕਰਨਾ ਤੇ ਪਤਾ ਨਹੀਂ ਮੈਂ ਕੀ ਕਰ ਬੈਠਾਂਗਾ, ਲੇਕਿਨ ਹੁੰਦਾ ਕੁਛ ਨਹੀਂਗਾ। ਬਹੁਤ ਸਾਰੇ ਆਲੋਚਕਾਂ ਨੇ ਇਹਦੇ ਤੇ ਇਹ ਵੀ ਗੱਲ ਕੀਤੀ ਆ ਵੀ ਇਹ ਯਾਰ ਤੂੰ ਇੱਕ ਡਿਪਰੈਸ ਹੋਈ ਔਰਤ ਦੀ ਕਹਾਣੀ ਲਿਖਤੀ ਹੈ। ਉਸ ਔਰਤ ਨੂੰ ਆਪਣਾ ਸਟਰਗਲ ਨਹੀਂ ਛੱਡਣਾ ਚਾਹੀਦਾ। ਪਰ ਔਰਤ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕਿਹੜੇ ਵੇਲੇ ਬੰਦੇ ਉਹਨੂੰ ਵਰਤ ਕੇ ਪਾਸੇ ਹੋ ਜਾਂਦੇ ਆ। ਇਹ ਸਥਿਤੀ ਉਦੋਂ ਆਉਂਦੀ ਹੈ ਜਦੋਂ ਬੰਦਾ ਛੱਡ ਕੇ ਆਪਣਾ ਜਾਂਦੀ ਹੈ। ਦੂਜੀ ਜਿਹੜੀ ਔਰਤ ਹੈ ਉਹ ਇੱਕ ਇਹੋ ਜਿਹੀ ਔਰਤ ਹੈ ਜਿਹੜੀ ਅਪਾਹਜ ਜ਼ਿੰਦਗੀ ਜੀ ਰਹੀ ਹੈ। ਕਾਸ਼ ਵਾਲੀ ਔਰਤ ਜਿਹੜੀ ਹੈ ਅਪਾਹਜ ਲਾਈਫ ਜੀ ਰਹੀ ਹੈ, ਵੀਲ ਚੇਅਰ ਦੇ ਉੱਤੇ ਆ, ਲੇਕਿਨ ਉਹਦਾ ਦਿਮਾਗ ਜਿਹੜਾ ਆ ਉਹ ਸਾਡੇ ਜਿਹੜੇ ਰਿਸ਼ਟ ਪੁਸ਼ਟ ਬੰਦੇ ਆ ਉਹਨਾਂ ਨੂੰ ਵੀ ਤੇਜ਼ ਆ। ਉਹ ਸੋਸ਼ਲ ਵਰਕ ਕਰਦੀ ਆ। ਕਿਸੇ ਲੋੜਵੰਦ ਨੂੰ ਲੋੜ ਹੈ ਕਚਹਿਰੀ ਵਿੱਚ ਜਾਣ ਦੀ, ਉੱਧਰ ਜਾਣ ਦੀ, ਉਹ ਆਪਣੀ ਵੀਲ ਚੇਅਰ ਦੇ ਉੱਤੇ ਤੁਰੀ ਫਿਰਦੀ ਆ। ਔਰ ਜਿਹੜੇ ਅਫਸਰ ਅੱਗੇ ਜਾ ਕੇ ਉਹ ਖੜੀ ਹੋ ਜਾਂਦੀ ਹੈ, ਉਹਦਾ ਤੇ ਪਹਿਲਾਂ ਹੀ ਹਾਲਤ ਵੇਖ ਕੇ ਤੇ ਉਹ ਕੰਮ ਹੋ ਜਾਂਦਾ ਵੀ ਲਓ ਜੀ ਬੀਬੀ ਜੀ ਆ। ਲੇਕਿਨ ਉਹਦੀ ਇੱਕ ਲਵ ਲਾਈਫ ਵੀ ਹੈ, ਉਹਦੇ ਨਾਲ ਲਵ ਲਾਈਫ ਵੀ ਚੱਲਦੀ ਹੈ। ਪਰ ਜਦੋਂ ਅਖੀਰ ਦੇ ਉੱਤੇ ਉਹ ਇਹੀ ਗੱਲ ਸੋਚਦੀ ਹੈ ਵੀ ਕਾਸ਼ ਜੇ ਕਿਤੇ ਮੈਂ ਆਪਣੇ ਸਰੀਰਕ ਪੱਖੋਂ ਵੀ ਸਹੀ ਹੁੰਦੀ ਤਾਂ ਸ਼ਾਇਦ ਮੈਂ ਜ਼ਿੰਦਗੀ ਵਿੱਚ ਹੋਰ ਵੀ ਕਈ ਮਰਹਲੇ ਆਪਣੇ ਜਿਹੜੇ ਸੀਗੇ ਪਾਰ ਕਰ ਜਾਂਦੀ। ਇਹਦੇ ਵਿੱਚ ਸਭ ਤੋਂ ਜਿਹੜੀ ਵਧੀਆ ਗੱਲ ਹੈ ਨਾ ਵੀ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇੱਕ ਤਾਂ ਬੰਦਾ ਅਪਾਹਜ ਹੁੰਦਾ, ਇੱਕ ਜਿਹੜੀ ਸਾਡੇ ਸਮਾਜ ਦੀਆਂ ਨਜ਼ਰਾਂ ਨੇ ਉਹ ਉਹਨੂੰ ਹੋਰ ਜ਼ਿਆਦਾ ਦੁਖੀ ਕਰਦੀਆਂ ਨੇ, ਕਿਉਂਕਿ ਜਦੋਂ ਉਹਨੂੰ ਬਾਰ-ਬਾਰ ਉਹਨਾਂ ਲਈ ਜਗ੍ਹਾ ਛੱਡੀ ਜਾਂਦੀ ਹੈ। ਇਹ ਔਰਤ ਕਹਿੰਦੀ ਹੈ ਵੀ ਮੈਨੂੰ ਉਦੋਂ ਬੜੀ ਦਿੱਕਤ ਮਹਿਸੂਸ ਹੁੰਦੀ ਹੈ ਜਦੋਂ ਮੈਨੂੰ ਵੀਲ ਚੇਅਰ ਤੇ ਵੇਖ ਕੇ ਲੋਕ ਜਿਹੜੇ ਨਾ ਪਰਾਂ ਹੋ ਜਾਂਦੇ ਨੇ ਵੀ ਭਾਈ ਇਹਨੂੰ ਲੰਘਣ ਦਿਓ, ਵੀ ਇੰਨੀ ਤਰਸ ਦੀ ਭਾਵਨਾ ਨਾਲ ਵੇਖਦੇ ਆ। ਤੇ ਮੈਨੂੰ ਇਹ ਆਪਣੀ ਅੰਗਹੀਣਤਾ ਦੇ ਉੱਤੇ ਇੰਨਾ ਗੁੱਸਾ ਨਹੀਂ ਆਉਂਦਾ ਜਿੰਨੀ ਉਹਨਾਂ ਦੀ ਸੋਚ ਦੇ ਉੱਤੇ ਆਉਂਦਾ ਵੀ ਮੈਨੂੰ ਕਿਉਂ ਇਹ ਮਾੜਾ ਸਮਝਦੇ ਆ। ਸੋ ਇਹ ਜਿਹੜੇ ਨਾਵਲ ਸੀਗੇ ਇਹਨਾਂ ਦੀ ਜਿਹੜੀ ਗੱਲ ਜੁੜਦੀ ਆ ਆਪਸ ਦੇ ਵਿੱਚ ਇਹੀ ਜੁੜਦੀ ਹੈ ਵੀ ਦੋਵੇਂ ਔਰਤਾਂ ਜਿਹੜੀਆਂ ਨੇ ਇਹ ਸੰਘਰਸ਼ ਕਰਨ ਵਾਲੀਆਂ ਔਰਤਾਂ ਨੇ।
ਜੇਕਰ ਵਾਲੀ ਔਰਤ ਜਿਹੜੀ ਹੈ ਉਹ ਸਾਰਾ ਕੁਝ ਘੁੰਮ ਘੁਮਾ ਕੇ ਮੁੜ ਕੇ ਫਿਰ ਆਪਣੇ ਪਤੀ ਕੋਲ ਵਾਪਸ ਆਉਣਾ ਚਾਹੁੰਦੀ ਹੈ, ਲੇਕਿਨ ਉਹ ਪਤੀ ਕਹਿੰਦਾ ਵੀ ਤੂੰ ਤਾਂ ਆਉਣ 'ਚ ਦੇਰ ਕਰ ਦਿੱਤੀ, ਹੁਣ ਮੈਂ ਤੇ ਜਾਣ ਵਾਲਾ, ਠੀਕ ਹੈ, ਤਾਂ ਹੁਣ ਤੁਹਾਨੂੰ ਬੱਚੇ ਪਾ। ਸੋ ਇਹ ਦੋ ਨਾਵਲ ਜਿਹੜੇ ਆ ਇਹ ਬਿਲਕੁਲ ਤੁਹਾਡੇ ਕਹਿਣ ਵਾਂਗੂ ਵੀ ਇਹਨਾਂ 'ਚ ਇਹ ਦੋਵਾਂ ਦੇ ਵਿੱਚ ਗੱਲ ਰਲਦੀ ਹੈ। ਔਰ ਇਹ ਮੇਰੀਆਂ ਦੋਵੇਂ ਔਰਤਾਂ ਜਿਹੜੀਆਂ ਇਹ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਵੇਖਿਆ, ਇਹਨਾਂ ਬਾਰੇ ਜਾਣਦਾ ਮੈਂ ਸਾਰਾ ਕੁਝ, ਇਹਨਾਂ ਨੂੰ ਹੂਬਹੂ ਪੇਸ਼ ਕੀਤਾ। ਜਦੋਂ ਮੈਂ ਉਹ ਅੰਗਹੀਣ ਔਰਤ ਦੀ ਗੱਲ ਕਰਨੀ ਸੀਗੀ ਉਦੋਂ ਮੈਂ ਕੁਝ ਅੰਗਹੀਣ ਬੰਦਿਆਂ ਨੂੰ ਵੀ ਮਿਲਿਆ, ਕੁਝ ਔਰਤਾਂ ਨੂੰ ਵੀ ਮਿਲਿਆ, ਹਰ ਇੱਕ ਦੀਆਂ ਤੁਹਾਡੀਆਂ ਕੀ ਕੀ ਸਮੱਸਿਆਵਾਂ ਨੇ ਇਹ ਵੀ ਹੈ। ਪਰ ਸਭ ਤੋਂ ਵੱਡੀ ਸਮੱਸਿਆ ਇਹੋ ਹੀ ਹੈ ਵੀ ਜਦੋਂ ਉਹਨਾਂ ਨੂੰ ਕੋਈ ਹਮਦਰਦੀ ਦੀ ਨਜ਼ਰ ਨਾਲ ਵੇਖਦਾ ਹੈ, ਜਦੋਂ ਕੋਈ ਉਹਨਾਂ ਨੂੰ ਇਹ ਜਤਾਉਂਦਾ ਹੈ ਵੀ ਤੁਸੀਂ ਤਾਂ ਤੁਹਾਡੇ ਨਾਲ ਤੇ ਬੜਾ ਮਾੜਾ ਹੋਇਆ ਭੈਣ ਜੀ, ਇਹ ਤਾਂ ਬੜਾ ਮੁਸ਼ਕਲ ਹੈ, ਵੀਲ ਚੇਅਰ ਦੇ ਉੱਤੇ ਹਰ ਵੇਲੇ ਤੁਸੀਂ ਨਹਾਉਂਦੇ ਕਿੱਦਾਂ ਹੋ, ਤੁਸੀਂ ਰੋਟੀ ਕਿੱਦਾਂ ਖਾਂਦੇ ਹੋ, ਤੁਸੀਂ ਕੀ ਕਰਦੇ ਹੋ। ਸੋ ਇਹ ਗੱਲਾਂ ਜੁੜੀਆਂ ਹੋਈਆਂ। ਸੋ ਇਹ ਮੈਂ ਸਮਾਜਿਕ ਗੱਲਾਂ, ਇਹ ਦੋਵੇਂ ਜਿਹੜੇ ਸਮਾਜਿਕ ਵਿਸ਼ੇ ਸੀ ਇਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਚਲੋ ਆਪਾਂ ਆਉਂਦੇ ਹਾਂ ਤੁਹਾਡੇ ਜੇਕਰ ਵਾਲੀ ਔਰਤ ਦੇ ਕਿਰਦਾਰ ਦੇ ਉੱਪਰ। ਹੁਣ ਤੁਸੀਂ ਜਿੱਦਾਂ ਗੱਲ ਕੀਤੀ ਆ, ਦੂਜਾ ਜਿਹੜਾ ਉਤਰਲੇ ਬਾਅਦ ਵਿੱਚ ਆਉਂਗੀ, ਮੇਰੇ ਹਿਸਾਬ ਨਾਲ ਤੁਸੀਂ ਔਰਤ ਨੂੰ ਬਹੁਤ ਕਮਜ਼ੋਰ ਇੱਥੇ ਦਰਸਾਇਆ ਕਿ ਉਹ ਮਰਦ ਤੋਂ ਬਿਨਾਂ ਕੁਛ ਨਹੀਂ, ਕਿ ਵਾਪਸ ਜਦੋਂ ਆਪਣੀ ਲਾਈਫ ਉਹ ਦੁਨੀਆ ਦੇ ਵਿੱਚ ਆਪਣੇ ਪੈਰਾਂ ਤੇ ਖੜਨ ਦੀ ਕੋਸ਼ਿਸ਼ ਕੀਤੀ ਆ ਤੇ ਮਰਦਾਂ ਨੇ ਹੀ ਉਹਨੂੰ ਥੱਲੇ ਦਬਾਤਾ ਤੇ ਉੱਥੋਂ ਚੋਟ ਖਾ ਕੇ ਤੇ ਵਾਪਸ ਪਤੀ ਕੋਲ ਆ ਗਈ ਆ। ਤੁਹਾਨੂੰ ਨਹੀਂ ਲੱਗਦਾ ਕਿ ਔਰਤ ਜਿਹੜੀ ਹੈਗੀ ਆ ਤੁਸੀਂ ਜੇਕਰ ਵਾਲੀ ਆ ਉਹਦੇ ਨਾਲ ਜਸਟਿਸ ਨਹੀਂ ਕਰ ਪਾ ਸਕੇ? ਨਹੀਂ, ਉਹ ਤੁਹਾਡੀ ਗੱਲ ਠੀਕ ਹੈ, ਲੇਕਿਨ ਮੇਰੇ ਕੋਲ ਇੱਕ ਗੱਲ ਜਿਹੜੀ ਹੈ ਨਾ ਉਹਦੇ ਵਿੱਚ ਰਹਿ ਗਈ ਆ। ਜਦੋਂ ਆਪਣੇ ਪਤੀ ਕੋਲ ਵਾਪਸ ਆਉਂਦੀ ਹੈ ਨਾ, ਫਿਰ ਉਹ ਪਤੀ ਕਹਿੰਦਾ ਵੀ ਤੂੰ ਕਿਉਂ ਛੱਡ ਕੇ ਗਈ ਸੀ, ਤੂੰ ਕਿਉਂ ਛੱਡ ਕੇ ਗਈ ਸੀ। ਉਹ ਕਹਿੰਦੀ ਆ ਵੀ ਮੈਂ ਚਾਹੁੰਦੀ ਸੀ ਮੈਂ ਜ਼ਿੰਦਗੀ 'ਚ ਕੁਝ ਬਣਾ। ਉਹ ਕਹਿੰਦਾ ਫਿਰ ਤੂੰ ਬਣ ਗਈ, ਤੂੰ ਹੁਣ ਤਾਂ ਆਈ ਆ, ਲੇਕਿਨ ਮੈਂ ਤਾਂ ਇਸ ਵੇਲੇ ਜਾਣ ਦੀ ਤਿਆਰੀ 'ਚ ਬੈਠਾ। ਤੇ ਮੈਂ ਫਿਰ ਉੱਥੇ ਇਹ ਨਹੀਂ ਕੀਤਾ ਵੀ ਉਹਨੂੰ ਉੱਥੇ ਛੱਡ ਦਿੱਤਾ ਉਹਨੂੰ ਜਾਂ ਉਹ ਲਵਾਰਸ ਹੋ ਗਈ। ਮੈਂ ਉੱਥੇ ਇੱਕੋ ਲਾਈਨ ਲਿਖੀ ਹੈ ਵੀ ਉਸ ਔਰਤ ਦਾ ਨਾਮ ਲਿਖ ਕੇ ਮੈਂ ਲਿਖਿਆ ਵੀ ਅਗਲੇ ਸੰਘਰਸ਼ ਲਈ ਉਹ ਫਿਰ ਰਵਾਨਾ ਹੋ ਗਏ। ਮਤਲਬ ਮੈਂ ਇਹ ਨਹੀਂ ਕੀਤਾ, ਲੇਕਿਨ ਮੈਂ ਇਹ ਜ਼ਰੂਰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਹਾਡੇ ਨਾਲ ਇੱਕ ਮਰਦ ਸਾਥੀ ਇਹੋ ਜਿਹਾ ਚਾਹੀਦਾ ਜਿਹੜਾ ਤੁਹਾਡਾ ਹੀ ਹੋਵੇ, ਜ਼ਰੂਰੀ ਨਹੀਂ ਪਤੀ ਹੋਵੇ, ਉਹਦਾ ਆਸਰਾ ਐਡਾ ਵੱਡਾ ਹੋਵੇ ਤੁਸੀਂ ਮਹਿਸੂਸ ਕਰ ਸਕਦੇ ਹੋ ਵੀ ਇਸ ਬੰਦੇ ਦੇ ਸਿਰ ਦੇ ਉੱਤੇ ਤਾਂ ਮੈਂ ਉੱਡ ਸਕਦੀ ਹਾਂ। ਇਹੋ ਜਿਹਾ ਬੰਦਾ ਉਹਨੂੰ ਕੋਈ ਨਹੀਂ ਮਿਲਿਆ ਜ਼ਿੰਦਗੀ ਦੇ ਵਿੱਚ, ਨਾ ਉਹਦਾ ਪਤੀ ਮਿਲਿਆ। ਲੇਕਿਨ ਜਦੋਂ ਉਹ ਪਤੀ ਕੋਲ ਆਉਂਦੀ ਹੈ ਵਾਪਸ, ਪਤੀ ਉਹਨੂੰ ਇਹ ਗੱਲ ਕਹਿੰਦਾ ਤੇ ਫਿਰ ਮੈਂ ਇੱਕ ਲਾਈਨ ਲਿਖੀ ਵੀ ਉਹ ਹਰਜਿੰਦਰ ਜਿਹੜੀ ਵੀ ਸੀ ਉਹਦੀ ਪਾਤਰ, ਹਰਜਿੰਦਰ ਆਪਣੇ ਅਗਲੇ ਸੰਘਰਸ਼ ਲਈ ਤੁਰ ਪੈਂਦੀ ਹੈ। ਲੇਕਿਨ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕਿਸੇ ਨੂੰ ਔਰਤ ਨੂੰ ਦਿਖਾਉਣਾ ਚਾਹਿਆ ਵੀ ਉਹਨੂੰ ਕਾਮਯਾਬੀ ਨਹੀਂ ਮਿਲੀ। ਬਹੁਤ ਸਾਰੇ ਲੋਕਾਂ ਨੂੰ ਨਹੀਂ ਮਿਲਦੀ, ਬੰਦਿਆਂ ਨੂੰ ਵੀ ਨਹੀਂ ਮਿਲਦੀ। ਲੇਕਿਨ ਔਰਤ ਦੀ ਇਹ ਮੈਂ ਦੱਸਿਆ ਵੀ ਔਰਤ ਨੂੰ ਇੱਕ ਇਹੋ ਜਿਹੇ ਸਾਥੀ ਦੀ ਜ਼ਰੂਰ ਲੋੜ ਆ ਜਿਹਦੇ ਲਈ ਉਹ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਰਹਲੇ ਪਾਰ ਕਰ ਸਕਦੀ ਹੈ, ਬਹੁਤ ਸਾਰੀਆਂ ਮੰਜ਼ਿਲਾਂ ਤੈਅ ਕਰ ਸਕਦੀ ਹੈ। ਮੈਂ ਫਿਰ ਉੱਥੇ ਹੀ ਆਉਂਦੀ ਹਾਂ ਕਿ ਤੁਸੀਂ ਔਰਤ ਨੂੰ ਇੱਕ ਮੇਰੇ ਹਿਸਾਬ ਦੇ ਨਾਲ ਕਮਜ਼ੋਰ ਕਿਰਦਾਰ ਦੀ ਇੱਕ ਇਨਸਾਨ ਆਪਾਂ ਕਹਿ ਲਈਏ, ਕਿਉਂਕਿ ਇਨਸਾਨ ਨੇ ਮਰਦ ਵੀ ਤੇ ਔਰਤ ਵੀ ਇਨਸਾਨ ਆ, ਤੁਸੀਂ ਦਰਸਾਇਆ ਆਪਣੇ। ਤੇ ਇਹਦੇ ਵਿੱਚ ਦੂਜੇ ਕਾਸ਼ ਦੇ ਵਿੱਚ ਵੀ ਤੁਸੀਂ ਔਰਤ ਦਾ ਹੀ ਕਿਰਦਾਰ ਚੂਜ਼ ਕੀਤਾ ਐਜ਼ ਅਪਾਹਿਜ, ਠੀਕ ਹੈ। ਉਹਦੇ ਵਿੱਚ ਮਰਦ ਕਿਉਂ ਨਹੀਂ ਤੁਸੀਂ ਚੂਜ਼ ਕੀਤਾ? ਨਹੀਂ, ਅਸਲ ਦੇ ਵਿੱਚ ਮਰਦ ਵੀ ਹੋ ਸਕਦਾ ਆ, ਹੋ ਸਕਦਾ ਪਰ ਔਰਤ ਨੂੰ ਹੀ ਕਿਉਂ ਤੁਸੀਂ ਮਰਦ ਦੀਆਂ ਜਿਹੜੀਆਂ ਨੇ ਉਹਦੀਆਂ ਆਪਣੀਆਂ ਕਮਜ਼ੋਰੀਆਂ ਨੇ, ਆਪਣੀਆਂ ਦਿੱਕਤਾਂ ਨੇ ਜਿਹੜੇ ਇਹੋ ਜਿਹੇ ਮਰਦ ਨੇ। ਲੇਕਿਨ ਮਰਦਾਂ ਨਾਲੋਂ ਵੀ ਵੱਧ ਜਿਹੜੀਆਂ ਇਹੋ ਜਿਹੀਆਂ, ਮੈਂ ਉਹ ਯੰਗ ਔਰਤ ਜਿਹੜੀ ਦੱਸੀ ਜਿਹਦਾ ਵਿਆਹ ਨਹੀਂ ਹੋ ਸਕਦਾ, ਲੇਕਿਨ ਉਹ ਵੈਸੇ ਉਹ ਪੂਰੀ ਔਰਤ ਹੈ, ਲੇਕਿਨ ਉਹ ਇੱਕ ਪ੍ਰੋਫੈਸਰ ਨਾਲ ਉਹਦਾ ਪਿਆਰ ਵੀ ਹੈ, ਮੁਹੱਬਤ ਵੀ ਕਰਦੀ ਹੈ, ਔਰ ਉਹਦੇ ਘਰਦਿਆਂ ਨੇ ਵੀ ਉਸ ਨੂੰ ਪ੍ਰਵਾਨ ਕੀਤਾ ਹੋਇਆ। ਪਰ ਇਸ ਤੋਂ ਵੱਧ ਕੁਝ ਨਹੀਂ। ਉਹ ਜਦੋਂ ਵੀ ਆਪਣੇ ਘਰ ਦੇ ਵਿੱਚ ਸੋਚਦੀ ਹੈ ਉਦੋਂ ਹੀ ਉਹ ਕਹਿੰਦੀ ਹੈ ਵੀ ਮੈਂ ਕਾਸ਼ ਮੈਂ ਪੂਰਨ ਔਰਤ ਹੁੰਦੀ ਤੇ ਮੈਂ ਉਹਦੇ ਨਾਲ ਤੁਰਦੀ, ਉਹਦੇ ਨਾਲ ਬੈਠਦੀ।
ਮੇਰਾ ਔਰਤਾਂ ਨੂੰ ਚੁਣਨ ਦਾ ਮਕਸਦ ਇੱਕੋ ਹੀ ਸੀਗਾ ਵੀ ਔਰਤਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਇਹੋ ਜਿਹੀਆਂ ਔਰਤਾਂ ਦੀਆਂ ਉਹ ਮਰਦਾਂ ਨਾਲੋਂ ਵੱਖਰੀਆਂ ਹੁੰਦੀਆਂ ਨੇ। ਮਰਦ ਜਿਹੜੇ ਨੇ ਮਰਦਾਂ ਦਾ ਜਿਹੜਾ ਇੱਕ ਹੋਰ ਤਰ੍ਹਾਂ ਦਾ ਸਿਲਸਿਲਾ ਹੈ ਵੀ ਉਹ ਲੋਕ ਜਿਹੜੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੇ ਲੋਕ ਮਿਲਦੇ ਨੇ, ਉਹ ਕਈ ਤਰ੍ਹਾਂ ਦੀ ਅਯਾਸ਼ੀ ਵੀ ਕਰ ਜਾਂਦੇ ਨੇ, ਉਹ ਆਪਣੇ ਆਪ ਨੂੰ ਖੁੱਲ੍ਹ ਵੀ ਲੈ ਲੈਂਦੇ ਨੇ। ਲੇਕਿਨ ਇਹੋ ਜਿਹੀਆਂ ਔਰਤਾਂ ਜਿਹੜੀਆਂ ਪਹਿਲਾਂ ਹੀ ਔਰਤਾਂ ਨੇ ਔਰ ਜਿਹੜੀਆਂ ਇੱਕ ਲਿਮਟਿਡ ਦਾਇਰੇ 'ਚ ਹੁੰਦੀਆਂ ਨੇ ਉਹਨਾਂ ਨੂੰ ਹੋਰ ਲਿਮਟਿਡ ਕਰ ਦਿੱਤਾ ਜਾਂਦਾ। ਇਸ ਕਰਕੇ ਮੈਂ ਔਰਤਾਂ ਵਾਲਾ ਕਰਤਾਰ ਚੁਣਿਆ। ਠੀਕ ਹੈ। ਤੇ ਮੇਰਾ ਇਹ ਫਿਰ ਉਹ ਕੁਐਸਚਨ ਹੈਗਾ ਆ ਕਿ ਤੁਸੀਂ ਇਹ ਕਿਹਾ ਕਿ ਜਿਹੜੀ ਅਪਾਹਿਜ ਕਾਸ਼ ਦੇ ਵਿੱਚ ਸੀ ਔਰਤ, ਕਿ ਉਹ ਆਪਣੇ ਆਪ ਨੂੰ ਸੰਪੂਰਨ ਔਰਤ ਨਹੀਂ ਸਮਝਦੀ ਸੀ ਕਿਉਂਕਿ ਉਹ ਅਪਾਹਿਜ ਸੀ। ਤੇ ਪਹਿਲੀ ਜਿਹੜੀ ਆਪਣੀ ਜੇਕਰ ਵਾਲੀ ਔਰਤ ਹੈਗੀ ਆ, ਉਹ ਆਪਣੇ ਪਤੀ ਨੂੰ ਛੱਡ ਕੇ ਜਦੋਂ ਵੱਖਰਾ ਲਾ ਰਹਿ ਕੇ ਆਪਣੇ ਪੈਰਾਂ ਤੇ ਤੁਰ ਪਈ ਤੇ ਉਹਦੀ ਜ਼ਿੰਦਗੀ ਦੇ ਵਿੱਚ ਮਰਦ ਆਏ ਜਿਹੜੇ ਉਹਨੂੰ ਯੂਜ਼ ਕਰਕੇ ਤੁਰ ਪਏ। ਤੇ ਤੁਹਾਨੂੰ ਮੇਰੇ ਹਿਸਾਬ ਦੇ ਨਾਲ ਦੋਨਾਂ ਦੇ ਵਿੱਚ ਤੁਸੀਂ ਇੱਕ ਲਸਟ ਦਿਖਾਈ ਹੈਗੀ ਆ। ਔਰਤ ਜਿਹੜੀ ਹੈਗੀ ਆ ਲਸਟਫੁਲ ਹੈਗੀ ਆ ਕਿ ਉਹ ਆਪਣੇ ਆਪ ਵਿੱਚ ਇੱਕ ਮੁਕੰਮਲ ਔਰਤ ਨਹੀਂ ਬਣ ਸਕਦੀ ਮਰਦ ਤੋਂ ਬਿਨਾਂ, ਕਿ ਉਹਨੂੰ ਕਿਤੇ ਨਾ ਕਿਤੇ ਜਾ ਕੇ ਉਹ ਇੱਕ ਲਸਟ ਦੀ ਭਾਲ ਵਿੱਚ ਨਿਕਲਦੀ ਆ। ਤੇ ਤੁਹਾਡੇ ਦੇ ਖਿਆਲ ਵਿੱਚ ਨਹੀਂ ਹੈਗਾ ਕਿ ਸਭ ਤੋਂ ਜ਼ਿਆਦਾ ਲਸਟਫੁਲ ਮਰਦ ਹੁੰਦੇ ਆ? ਔਰਤ ਜੇਕਰ ਔਰਤ ਸੰਪੂਰਨ ਹੈਗੀ, ਚਾਹੇ ਅਪਾਹਿਜ ਹੈਗੀ ਆ, ਜੇ ਕਿਸੇ ਨੇ ਉਹਦੇ ਨਾਲ ਉਸਦੀ ਕਿਰਦਾਰ ਨੂੰ ਉਹਦੀ ਇੱਕ ਜਿਹੜੀ ਇੱਕ ਆਪਾਂ ਕਹਿ ਲਈਏ ਰੀਅਲ ਔਰਤ ਹੈਗੀ ਉਹਦੇ ਨਾਲ ਉਹਨੂੰ ਪਿਆਰ ਹੈਗਾ ਆ, ਤੇ ਸੈਕਸ਼ੁਅਲਿਟੀ ਜਿਹੜੀ ਹੈਗੀ ਆ ਉਹ ਤਾਂ ਆਪਾਂ ਕਵਾਂਗੇ ਕੁਛ ਮਾਇਨੇ ਨਹੀਂ ਰੱਖਦੀ ਜੇਕਰ ਤੁਸੀਂ ਕਿਸੇ ਨੂੰ ਸੱਚਾ ਪਿਆਰ ਕਰਦੇ ਆ। ਫਿਰ ਮੈਨੂੰ ਕਿਤੇ ਲੱਗਦਾ ਕਿ ਤੁਸੀਂ ਉਹ ਦੋਨਾਂ ਔਰਤਾਂ ਨੂੰ ਇੱਕ ਲਸਟਫੁਲ ਦਿਖਾਇਆ ਹੋਇਆ ਆ। ਇਹਦੇ ਬਾਰੇ ਨਹੀਂ, ਉਹ ਤੁਹਾਡੀਆਂ ਗੱਲਾਂ ਠੀਕ ਨੇ। ਲਸਟ ਜਿਹੜੀ ਹੋਣੀ, ਖਿੱਚ ਹੋਣੀ ਬੰਦੇ ਦੀ ਔਰਤ ਨੂੰ ਜਾਂ ਔਰਤ ਨੂੰ ਮਰਦ ਦੀ, ਇਹ ਮੈਂ ਇਹ 'ਚ ਕੋਈ ਫਰਕ ਨਹੀਂ ਸਮਝਦਾ। ਇਹ ਦੋਵਾਂ ਨੂੰ ਹੋ ਸਕਦੀ ਹੈ ਔਰ ਦੋਵਾਂ ਨੂੰ ਇੱਕੋ ਜਿਹੀ ਹੁੰਦੀ ਆ। ਕੋਈ ਇਹਦੇ ਵਿੱਚ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਔਰਤਾਂ 'ਚ ਘੱਟ ਹੁੰਦੀ ਹੈ ਤੇ ਬੰਦਿਆਂ 'ਚ ਜ਼ਿਆਦਾ ਹੁੰਦੀ ਹੈ। ਦੋਵਾਂ 'ਚ ਹੁੰਦੀ ਹੈ ਔਰ ਕਈ ਵਾਰੀ ਔਰਤਾਂ ਵਿੱਚ ਜ਼ਿਆਦਾ ਹੁੰਦੀ ਹੈ, ਕਈ ਵਾਰੀ ਬੰਦਿਆਂ 'ਚ ਜ਼ਿਆਦਾ ਹੁੰਦੀ ਹੈ। ਮੈਂ ਇੱਥੇ ਸਿਰਫ ਇਹ ਗੱਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਉਸ ਔਰਤ ਦਾ ਵੀ ਬਾਰ-ਬਾਰ ਧਿਆਨ ਉਸ ਪਾਸੇ ਜਾਂਦਾ ਵੀ ਮੈਂ ਸੈਕਸ ਪੱਖੋਂ ਜਿਹੜੀ ਹੈ ਨਾ ਮੈਨੂੰ ਅਧੂਰੀ ਸਮਝਿਆ ਗਿਆ ਕਿਉਂਕਿ ਮੇਰੀ ਇਹ ਹਾਲਤ ਹੈ। ਔਰ ਇਸ ਨਾਵਲ ਦੇ ਵਿੱਚ ਕਿਉਂਕਿ ਹੁਣ ਮੈਂ ਇਹਨੂੰ ਲਿਖਿਆ ਹੈ ਜਦੋਂ ਉਹ ਬਿਲਕੁਲ ਡੈਥ ਬੈੱਡ ਤੇ ਪਈ ਹੈ ਨਾ, ਤਾਂ ਉਦੋਂ ਉਹ ਆਪਣੇ ਉਹਨੂੰ ਬੁਲਾਉਂਦੀ ਹੈ ਪ੍ਰੋਫੈਸਰ ਨੂੰ। ਉਹਨੂੰ ਕਹਿੰਦੇ ਵੀ ਮੈਨੂੰ ਹੁਣ ਮੈਂ ਜਾ ਰਹੀ ਹਾਂ, ਮੇਰੀ ਇੱਕੋ ਖਾਸ਼ ਹੈ ਮੈਨੂੰ ਸੰਪੂਰਨ ਕਰ ਦੇ। ਔਰ ਕਰਦਾ, ਉਸ ਤੋਂ ਬਾਅਦ ਮਰ ਜਾਂਦੀ ਹੈ ਉਹ। ਤੇ ਫਿਰ ਜੇਕਰ ਮੇਰਾ ਮਤਲਬ ਮੇਰਾ ਮਤਲਬ ਇਹ ਆ ਵੀ ਖਿੱਚ ਉਸ ਬੰਦੇ 'ਚ ਵੀ ਹੈਗੀ ਆ, ਮਰਦ ਵਿੱਚ, ਉਹ ਜਿਹੜਾ ਉਹਦਾ ਪ੍ਰੋਫੈਸਰ ਆ। ਲੇਕਿਨ ਉਹਦੀ ਖਿੱਚ ਜਿਹੜੀ ਆ ਹੋਰ ਤਰ੍ਹਾਂ ਦੀ ਆ। ਉਹਦੀ ਖਿੱਚ ਹੈਗੀ ਆ ਜਿਹਦੇ ਵਿੱਚ ਹਮਦਰਦੀ ਸ਼ਾਮਲ ਆ। ਉਹਦੇ ਨਾਲ ਉਹਨੂੰ ਹਮਦਰਦੀ ਹੈ ਵੀ ਇਸ ਕੁੜੀ ਦਾ ਮੈਂ ਦਿਲ ਤੋੜਿਆ ਤੇ ਇਹ ਵਿਚਾਰੀ ਨੂੰ ਪਤਾ ਨਹੀਂ ਕੀ ਹੋਊਗਾ। ਉਹਦੇ ਨਾਲ ਹਮਦਰਦੀ ਕਰਕੇ ਜੁੜਿਆ ਹੈ, ਲੇਕਿਨ ਉਹ ਉਹਨੂੰ ਸੱਚਾ ਪਿਆਰ ਕਰਦੀ ਹੈ। ਇਹ ਵੀ ਇਹਦੇ 'ਚ ਗੱਲ ਦੇਖਣ ਵਾਲੀ ਹੈ। ਸੋ ਇਹ ਨਹੀਂ ਜ਼ਰੂਰੀ ਵੀ ਉਹ, ਲੇਕਿਨ ਉਹਦੀ ਇੱਕ ਖਾਸ ਜ਼ਰੂਰ ਹੈ ਵੀ ਮੈਂ ਮਤਲਬ ਜੇ ਜੇ ਬਾਕੀ ਔਰਤਾਂ ਮਰਦਾਂ ਨੂੰ ਭੋਗਦੀਆਂ ਤੇ ਮੈਂ ਵੀ ਭੋਗ ਸਕਾਂ, ਮੈਂ ਕਿਉਂ ਨਹੀਂ ਭੋਗ ਸਕਦੀ। ਉਹ ਐਂਡ ਦੇ ਉੱਤੇ ਉਹਦੀ ਖਾਸ਼ ਵੀ ਪੂਰੀ ਕਰਦਾ। ਸੋ ਇਹ ਸੁਭਾਵਿਕ ਦੇ ਤੌਰ ਦੇ ਉੱਤੇ ਦੋਵੇਂ ਸਬਜੈਕਟ ਜਿਹੜੇ ਨੇ ਤੁਹਾਨੂੰ ਇੱਕੋ ਜਿਹੇ ਲੱਗਦੇ ਨੇ। ਤੇ ਇਹ ਵੀ ਲੱਗਦਾ ਹੈ ਵੀ ਮੈਂ ਲਸਟਫੁਲ ਔਰਤਾਂ ਨੂੰ ਪੇਸ਼ ਕਰਦਾ ਤੇ ਲਸਟਫੁਲ ਔਰਤਾਂ ਨੂੰ ਇਕੱਲਾ ਮੈਂ ਹੀ ਨਹੀਂ ਪੇਸ਼ ਕਰਦਾ, ਅਜੀਤ ਕੌਰ ਨੇ ਵੀ ਇਹੋ ਜਿਹੀਆਂ ਔਰਤਾਂ ਪੇਸ਼ ਕੀਤੀਆਂ ਨੇ ਔਰ ਹੋਰ ਵੀ ਬਹੁਤ ਸਾਰੇ ਲੇਖਕਾਂ ਨੇ ਪੇਸ਼ ਕੀਤੀਆਂ ਨੇ। ਪਰ ਤੁਹਾਨੂੰ ਲੱਗਿਆ ਚਲੋ ਇਹ ਵੱਖਰੀ ਗੱਲ ਲੱਗਿਆ ਨਹੀਂ, ਕਿਉਂਕਿ ਜੋ ਰਿਐਲਿਟੀ ਹੈਗੀ ਆ ਜੋ ਮੈਂ ਅਬਜ਼ਰਵ ਕੀਤਾ ਆ ਇਹਦੇ ਵਿੱਚ ਦੋਨਾਂ ਦੇ ਵਿੱਚ ਤੁਹਾਡੇ ਹੀ ਆਪਣੇ ਲਫ਼ਜ਼ਾਂ ਚੋਂ ਕੱਢ ਕੇ, ਤੇ ਚਲੋ ਲੰਮਾ ਚੌੜਾ ਆਪਾਂ ਨਹੀਂ ਖਿੱਚਦੇ ਇਹਨੂੰ, ਪਰ ਜਿੱਦਾਂ ਹੁਣ ਤੁਸੀਂ ਵੀ ਇਹ ਕਿਹਾ ਕਿ ਨਹੀਂ ਤੁਸੀਂ ਇਹਨਾਂ ਨੂੰ ਹੋਰ ਵੀ ਰਾਈਟਰਸ ਨੇ ਔਰਤ ਨੂੰ ਇਸ ਪੱਖੋਂ ਜਿੱਦਾਂ ਦਿਖਾੜਿਆ ਆ, ਉਹੀ ਗੱਲ ਆ ਜਾਂਦੀ ਹੈ। ਐਜ ਏ ਔਰਤ ਮੈਂ ਵੀ ਔਰਤ ਹੈਗੀ ਆ, ਆਪਣਾ ਮੈਂ ਕਹਿੰਦੀ ਆ ਜਿਹੜਾ ਮੁਲਕ ਛੱਡ ਕੇ, ਮੁਲਕ ਮੈਂ ਆਪਣਾ ਹੀ ਹੋ ਕਹੂੰਗੀ ਜਿੱਥੇ ਸਾਰਾ ਮੇਰਾ ਮੋਸਟ ਆਫ ਲਾਈਫ ਜਿਹੜੀ ਹੈਗੀ ਆ ਬੀਤੀ ਹੈਗੀ ਆ, ਤੇ ਉਹੋ ਜਿਹੀ ਕੰਟਰੀ ਹੈਗੀ ਆ ਜਿੱਥੇ ਇਹ ਚੀਜ਼ਾਂ ਆਮ ਹੈਗੀਆਂ, ਤੇ ਉੱਥੇ ਵੀ ਸਟਰਗਲ ਔਰਤ ਨੂੰ ਕਰਨੀ ਪੈਂਦੀ, ਨੋ ਡਾਊਟ ਕਿ ਨਹੀਂ ਆ।
ਬਟ ਇੰਡੀਆ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਕਿ ਔਰਤ ਨੂੰ ਮਰਦ ਜਿਹੜਾ ਹੈਗਾ ਆ ਆਪਣੀ ਮਰਜ਼ੀ ਨਾਲ ਵਰਤਣਾ ਵੀ ਚਾਹੁੰਦਾ ਤੇ ਉਹਨੂੰ ਇੱਕ ਕਮਜ਼ੋਰ ਵੀ ਦਿਖਾਉਣਾ ਚਾਹੁੰਦਾ ਆ। ਇਹ ਹਰ ਇੱਕ ਜਿੱਥੇ ਤੱਕ ਮੈਂ ਜਿੰਨੇ ਵੀ ਰਾਈਟਰਸ ਦੀਆਂ, ਚਾਹੇ ਉਹ ਗਾਣਿਆਂ ਦੇ ਵਿੱਚ ਆ, ਚਾਹੇ ਉਹ ਕਵਿਤਾ ਦੇ ਵਿੱਚ ਆ, ਚਾਹੇ ਉਹ ਸਟੋਰੀਆਂ ਦੇ ਵਿੱਚ, ਚਾਹੇ ਇੱਕ ਨੋਵਲ ਦੀ ਕਿਰਦਾਰ ਆ, ਹਰ ਇੱਕ ਥਾਂ ਤੇ ਔਰਤ ਨੂੰ ਇੰਨਾ ਕਮਜ਼ੋਰ ਕਿਉਂ ਦਿਖਾਇਆ ਜਾਂਦਾ ਆ? ਆਪਣੇ ਇਤਿਹਾਸ ਦੇ ਵਿੱਚ ਔਰਤ ਜਿਹੜੀ ਹੈਗੀ ਆ ਉਹ ਆਪਾਂ ਪਿਛਲੇ ਜਿੱਦਾਂ ਸਮਿਆਂ ਤੋਂ ਵੀ ਚੱਲੀਏ, ਜੰਗ ਜਿਹੜਾ ਹੈਗਾ ਝਾਂਸੀ ਦੀ ਰਾਣੀ ਸੀ, ਮਾਤਾ ਦੁਰਗਾ ਜਿਹੜੀ ਆ ਉਹ ਵੀ ਆਪਾਂ ਨੂੰ ਪਤਾ ਆ ਕਿ ਉਹਦਾ ਕਿਰਦਾਰ ਕੀ ਆ। ਜਿੰਨੀਆਂ ਵੀ ਆਪਣੀਆਂ ਮਾਤਾ ਆ ਹਿੰਦੂ ਧਰਮ ਦੇ ਵਿੱਚ ਤੇ ਜਾਂ ਆਪਣੀਆਂ ਸਿੱਖ ਧਰਮ ਦੇ ਵਿੱਚ ਵੀ ਜਿਹੜੀਆਂ ਆਪਣੀ ਮਾਤਾ ਗੁਜਰੀ ਸੀ, ਹੋਰ ਵੀ ਬਹੁਤ ਜਿਹੜੀਆਂ ਮਹਾਨ ਔਰਤਾਂ ਆ, ਫਿਰ ਉਹਨਾਂ ਔਰਤਾਂ ਦੇ ਕਿਰਦਾਰ ਨੂੰ ਲੈ ਕੇ ਅਸੀਂ ਕਿਉਂ ਨਹੀਂ ਉਹ ਔਰਤਾਂ ਨੂੰ ਅਸੀਂ ਅੱਜ ਦੀ ਔਰਤ ਜਿਹੜੀ ਆ, ਅੱਜ ਦੀ ਔਰਤ ਵਿੱਚ ਵੀ ਉਹ ਕਿਰਦਾਰ ਹੈਗਾ ਹੀ ਆ ਨਾ, ਫਿਰ ਅਸੀਂ ਉਹਨਾਂ ਨੂੰ ਕਿਉਂ ਨਹੀਂ ਪੇਸ਼ ਕਰਦੇ? ਸਿਰਫ ਇੱਕ ਕਮਜ਼ੋਰ ਔਰਤ ਨੂੰ ਹੀ ਕਿਉਂ ਸਮਾਜ ਦੇ ਸਾਹਮਣੇ ਪੇਸ਼ ਕਰਦੇ? ਇਹਦਾ ਕੀ ਰੀਜ਼ਨ ਹੈਗਾ? ਮੈਂ ਤੁਹਾਨੂੰ ਨਹੀਂ ਕਹਿੰਦੇ ਕਿ ਤੁਸੀਂ ਹੋਰ ਵੀ ਜੋ ਗੀਤਕਾਰ ਹੈਗੇ ਆ ਉਹ ਵੀ, ਤੇ ਕਿਉਂ ਔਰਤ ਜਿਹੜੀ ਕਮਜ਼ੋਰ ਔਰਤ ਆ ਉਹਨੂੰ ਕਿਉਂ ਸਮਾਜ ਦੇ ਸਾਹਮਣੇ ਪੇਸ਼ ਕਰਦੇ ਆ? ਦੇਖੋ ਇਹ ਰੀਜ਼ਨ ਨਹੀਂ ਹੈਗਾ, ਮਤਲਬ ਆਪਾਂ ਇਸ ਕਰਕੇ ਨਹੀਂ ਪੇਸ਼ ਕਰਦੇ ਵੀ ਆਪਾਂ ਔਰਤ ਦੀਆਂ ਕਮਜ਼ੋਰੀਆਂ ਨੂੰ ਪੇਸ਼ ਕਰਨਾ। ਅਸਲ ਦੇ ਵਿੱਚ ਗੱਲ ਇਹ ਆ ਵੀ ਜਦੋਂ ਮੈਂ ਆਪਣੀਆਂ ਔਰਤਾਂ ਨੂੰ ਪੇਸ਼ ਕਰਦਾ ਨਾ ਤਾਂ ਮੇਰੇ ਦਿਮਾਗ ਵਿੱਚ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਹੁਣ ਤੁਸੀਂ ਸੰਗਲ ਨਾ ਫੜ ਦੇ ਵਿੱਚ ਵੀ ਇੱਕ ਔਰਤ ਦਾ ਜ਼ਿਕਰ ਹੈ ਜਿਹੜੀ 2 ਵਾਰੀ ਵਿਆਹ ਕਰਾਉਂਦੀ ਹੈ, ਲੇਕਿਨ ਦੋਵੇਂ ਹਸਬੈਂਡ ਉਹਦੇ ਕੋਲ ਨਹੀਂ ਹੈਗੇ ਔਰ 2 ਬੱਚੀਆਂ ਨੂੰ ਪਾਲ ਰਹੀ ਹੈ, ਉਹਨਾਂ ਨੂੰ ਪਾਲ ਰਹੀ ਹੈ ਔਰ ਪੂਰੀ ਜਿਹੜੀ ਇੱਜ਼ਤ ਵਾਲੀ ਜ਼ਿੰਦਗੀ ਜੀ ਰਹੀ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦੀ। ਉਹ ਕਹਿੰਦੀ ਮੈਂ ਸੰਗਲ ਨੂੰ ਘੁੱਟ ਕੇ ਫੜਿਆ ਹੋਇਆ, ਮੈਂ ਇਹਨਾਂ ਦੋਵਾਂ ਕੁੜੀਆਂ ਨੂੰ ਇਹਨਾਂ ਨੂੰ ਪ੍ਰਵਾਨ ਚੜਾਉਣਾ, ਇਹਨਾਂ ਦੀ ਦੇਖਭਾਲ ਕਰਨੀ ਹੈ, ਮਤਲਬ ਮੈਂ ਇਕੱਲੀ ਨਹੀਂ ਹੈਗੀ, ਮੈਂ ਜ਼ਿੰਮੇਵਾਰ ਔਰਤ ਹਾਂ। ਮੈਂ ਇੱਦਾਂ ਦੀ ਵੀ ਔਰਤਾਂ ਪੇਸ਼ ਕਰਦਾ। ਲੇਕਿਨ ਜਿੱਥੇ ਮੈਨੂੰ ਲੱਗਦਾ ਹੈ ਵੀ ਇਹਦੇ ਵਿੱਚੋਂ ਕੋਈ ਕਹਾਣੀ ਨਿਕਲਦੀ ਹੈ ਇਸ ਦੇ ਵਿੱਚੋਂ, ਤਾਂ ਉਸ ਨੂੰ ਜ਼ਰੂਰ ਪੇਸ਼ ਕੀਤਾ ਜਾਂਦਾ। ਜਿੱਥੇ ਫਾਈਟਰ ਔਰਤ ਦੀ ਗੱਲ ਆਉਣੀ ਹੈ, ਜਿੱਥੇ ਕੋਈ ਜੁਝਾਰੂ ਔਰਤ ਦੀ ਗੱਲ ਆਉਣੀ ਹੈ, ਤਾਂ ਉੱਥੇ ਜੁਝਾਰੂ ਔਰਤ ਨੂੰ ਵੀ ਪੇਸ਼ ਕੀਤਾ ਜਾਏਗਾ ਔਰ ਉਸੇ ਤਰ੍ਹਾਂ ਦਾ ਹੀ ਪੇਸ਼ ਕੀਤਾ ਜਾਏਗਾ। ਤੇ ਇਹ ਜਿਹੜੇ ਕਿਰਦਾਰ ਤੁਸੀਂ ਦੋਨਾਂ ਔਰਤਾਂ ਦੇ, ਇਹ ਫਿਕਸ਼ਨ ਜਾਂ ਕਿ ਰੀਅਲ ਵਿੱਚੋਂ ਇਹ ਚੱਕੇ ਹੋਏ ਆ? ਅਸਲ ਦੇ ਵਿੱਚ ਜਿਹੜੀ ਫਿਕਸ਼ਨ ਹੁੰਦੀ ਹੈ ਨਾ, ਉਹਦੇ ਵਿੱਚ ਪਿੱਛੇ ਥੋੜੀ ਜਿਹੀ ਰਿਐਲਿਟੀ ਜ਼ਰੂਰ ਹੁੰਦੀ ਹੈ, ਬਾਕੀ ਤੁਹਾਡੀ ਸੋਚ ਹੁੰਦੀ ਹੈ ਵੀ ਤੁਸੀਂ ਉਹਨੂੰ ਕਿੱਦਾਂ ਡਿਵੈਲਪ ਕਰਦੇ ਹੋ। ਇੱਕ ਲਾਈਨ ਦੀ ਸਟੋਰੀ ਹੁੰਦੀ ਹੈ, ਤੁਸੀਂ ਉਹਨੂੰ ਚੁੱਕਦੇ ਹੋ ਵੀ ਤੁਸੀਂ ਇਹ ਚੀਜ਼ ਪੇਸ਼ ਕਰਨੀ ਹੈ, ਫਿਰ ਉਹਦੇ ਦੁਆਲੇ ਤੁਸੀਂ ਫਿਕਸ਼ਨ ਜਿਹੜੀ ਹੈ ਉਹਨੂੰ ਕੱਢਦੇ ਹੋ। ਅਸਲ ਦੇ ਵਿੱਚ ਇਹ ਕਲਾ ਹੀ ਹੁੰਦੀ ਹੈ ਬੰਦੇ ਕੋਲ, ਰਾਈਟਰ ਕੋਲ, ਵੀ ਉਹ ਆਪਣੀ ਕਲਾ ਨਾਲ ਇੱਕ ਉਹਨੂੰ ਪੱਥਰ ਦਿੱਤਾ ਜਾਂਦਾ ਜਾਂ ਇੱਕ ਲੱਕੜ ਦਿੱਤੀ ਜਾਂਦੀ ਹੈ, ਉਹਦੇ ਵਿੱਚ ਉਹਨੇ ਨਾਵਲ ਦੀ ਮੂਰਤੀ ਤਰਾਸ਼ਣੀ ਹੈ ਜਾਂ ਕਹਾਣੀ ਦੀ ਤਰਾਸ਼ਣੀ ਹੈ, ਉਹਨੇ ਆਪਣੇ ਹਿਸਾਬ ਨਾਲ ਤਰਾਸ਼ ਲੈਣੀ ਹੈ। ਕਈ ਵਾਰੀ ਤੁਹਾਡੀ ਅਸਲ ਜ਼ਿੰਦਗੀ ਵਿੱਚ ਵਾਪਰੀ ਹੋਈ ਕਹਾਣੀ ਵੀ ਜਿਹੜੀ ਹੈ ਨਾ, ਉਹ ਜੇ ਤੁਸੀਂ ਅਸਲ ਜ਼ਿੰਦਗੀ ਵਾਲੀ ਪੇਸ਼ ਕਰੋਗੇ ਤੇ ਉਹ ਕਈ ਵਾਰੀ ਕਹਾਣੀ ਨਹੀਂ ਬਣਦੀ। ਕਹਾਣੀ ਉਹ ਬਣਦੀ ਹੈ ਜਿਹਦੇ ਵਿੱਚ ਸਾਹਿਤ ਦਾ ਸੱਚ ਪੇਸ਼ ਕੀਤਾ ਗਿਆ ਹੈ। ਆਪਾਂ ਕਹਿੰਦੇ ਸਾਹਿਤ ਦਾ ਸੱਚ ਕੀ ਹੈ? ਸਾਹਿਤ ਦਾ ਸੱਚ ਇਹ ਹੈ ਜਿਹੜਾ ਸੱਚ ਨਾਲੋਂ ਵੀ ਉੱਪਰ ਹੁੰਦਾ। ਸਾਹਿਤ ਨੇ ਸੱਚ ਨੂੰ ਵਿਖਾਉਂਦਿਆਂ ਇਹੋ ਜਿਹਾ ਕ੍ਰਿਸ਼ਮਾ ਦਿਖਾਉਣਾ ਵੀ ਲੋਕੀ ਕਹਿਣੇ ਵਾਕਿਆ ਸੱਚ ਹੁੰਦਾ। ਕਈ ਵਾਰੀ ਤੁਹਾਡੇ ਨਾਲ ਓਰੀਜਨਲ ਕਹਾਣੀ ਵਾਪਰ ਜਾਂਦੀ ਹੈ, ਤੁਸੀਂ ਉਹਨੂੰ ਲਿਖਦੇ ਹੋ, ਲੋਕਾਂ ਨੂੰ ਪਸੰਦ ਨਹੀਂ ਆਉਂਦੀ, ਲੇਕਿਨ ਜਦੋਂ ਸਾਹਿਤ ਵਿੱਚ ਜਾਂਦੀ ਹੈ ਤਾਂ ਉਹਨੇ ਇੱਕ ਆਪਣਾ ਰੰਗ ਦਿਖਾਉਣਾ ਹੁੰਦਾ। ਹੁਣ ਆਪਾਂ ਦੇਖੋ, ਮੈਂ ਇੱਥੇ ਆਪਾਂ ਇਸ ਮੀਡੀਆ 'ਚ ਬੈਠੇ ਹਾਂ, ਤੁਹਾਡੇ ਸਾਹਮਣੇ TV ਤੇ ਬੈਠੇ ਹਾਂ, ਇੱਕ ਬੰਦੇ ਨੇ ਰਾਈਟਰ ਨੇ ਕੋਈ ਕਹਾਣੀ ਲਿਖੀ ਹੈ, ਉਸ ਦੇ ਉੱਤੇ ਸਭ ਤੋਂ ਪਹਿਲੀ ਸਟੇਜ ਆ ਵੀ ਉਹਦੇ ਉੱਤੇ ਨਾਟਕ ਖੇਡਿਆ ਜਾਂਦਾ। ਨਾਟਕ ਖੇਡਣ ਦਾ ਮਤਲਬ ਇਹ ਆ ਵੀ ਜਿਹੜੇ ਸਾਹਮਣੇ ਲੋਕ ਬੈਠੇ ਆ ਨਾ, ਉਹਨਾਂ ਨੇ ਕਹਾਣੀ ਨਹੀਂ ਪੜ੍ਹੀ ਹੋਈ ਜਾਂ ਉਹਨਾਂ ਨੇ ਕਹਾਣੀ ਪੜ੍ਹੀ ਵੀ ਹੋਈ ਹੈ, ਪਰ ਜਦੋਂ ਨਾਟਕ ਵੇਖਦੇ ਆ ਉਹ ਕਹਿੰਦੇ ਯਾਰ ਇਹ ਤਾਂ ਨਾਟਕ ਕਮਾਲ ਹੀ ਲਿਖਿਆ ਬੰਦੇ ਨੇ, ਕਿਉਂਕਿ ਨਾਟਕ ਦੀ ਨਿਰਦੇਸ਼ਨਾ ਪਿੱਛੇ ਜਿਹੜਾ ਨਿਰਦੇਸ਼ਕ ਹੈ ਉਹਨੇ ਉਸ ਕਹਾਣੀ ਨੂੰ ਜੇ ਡੇਢੀ ਨਹੀਂ ਤਾਂ ਸਵਾਈ ਕਰਕੇ ਪੇਸ਼ ਕੀਤਾ। ਅਗਲੀ ਸਟੇਜ ਆ ਜਾਂਦੀ ਹੈ ਫਿਲਮਾਂ ਦੀ, ਉਸੇ ਕਹਾਣੀ ਤੋਂ ਫਿਲਮ ਬਣ ਜਾਂਦੀ ਹੈ, ਹੋਰ ਉੱਤੇ ਫਿਕਸ਼ਨ ਲਿਖੀ ਜਾਂਦੀ ਹੈ, ਡਾਇਲੋਗ ਲਿਖੇ ਜਾਂਦੇ ਆ, ਫਿਰ ਉਹ ਦੂਣ ਸਵਾਈ ਹੋ ਜਾਂਦੀ ਹੈ ਕਹਾਣੀ। ਹਰ ਮੀਡੀਆ ਜਿਹੜਾ ਹੈ ਨਾ ਉਹ ਪਹਿਲੇ ਮੀਡੀਆ ਤੋਂ ਅੱਗੇ ਨਿਕਲਦਾ। ਸੋ ਇਹ ਮੈਂ ਕਹਿੰਦਾ ਹੁੰਦਾ ਵੀ ਜਿਹੜਾ ਸੱਚ ਜਿਹੜਾ ਸ਼ੁਰੂ ਦਾ ਹੈ, ਜਦੋਂ ਉਹ ਅਖੀਰ ਦੇ ਉੱਤੇ ਸੱਚ ਬਣਦਾ ਤਾਂ ਉਹ ਸਿਖਰ ਤੇ ਚੱਲ ਜਾਂਦਾ ਵਾ।
ਤੁਹਾਡੇ ਸਾਹਮਣੇ ਆਪਾਂ ਦੋ ਫਿਲਮਾਂ ਦੀ ਉਦਾਹਰਨ ਵੀ ਲੈ ਸਕਦੇ ਹਾਂ। ਸ਼ਹੀਦੇ ਮੁਹੱਬਤ ਫਿਲਮ ਆਈ ਸੀ ਗੁਰਦਾਸ ਮਾਨ ਦੀ, ਜਿਹੜੀ ਉਹ ਬੂਟਾ ਜਨਮ ਦੀ ਸਟੋਰੀ ਦੇ ਉੱਤੇ ਸੀ। ਬੂਟਾ ਉਹ ਜਿਹੜਾ ਬਾਹਰੋਂ ਪਾਕਿਸਤਾਨ ਤੋਂ ਆਇਆ ਸੀ ਮੁਸਲਮਾਨੀ ਨੂੰ ਲੈ ਕੇ। ਫਿਰ ਬਾਅਦ 'ਚ ਅਨਿਲ ਸ਼ਰਮਾ ਨੇ ਫਿਲਮ ਬਣਾਈ ਗਦਰ, ਜਿਹਦੇ ਵਿੱਚ ਸੰਨੀ ਦਿਓਲ ਸੀਗਾ। ਕਿੱਥੇ ਸ਼ਹੀਦੇ ਮੁਹੱਬਤ ਛੋਟੇ ਕੈਨਵਸ ਦੀ ਫਿਲਮ ਆ, ਕਿੱਥੇ ਗਦਰ ਬੜੇ ਵੱਡੇ ਕੈਨਵਸ ਦੀ ਫਿਲਮ ਆ। ਗਦਰ ਜਿਹੜੀ ਆ ਉਹ ਅੱਜ ਵੀ ਸਿਨੇਮਾ 'ਚ ਲਾ ਦੇ ਲੈਂਦੀ ਨਹੀਂ ਉਹ। ਸੋ ਇਹ ਇੱਕ ਪੇਸ਼ ਕਰਨ ਵਾਲਾ ਜਿਹੜਾ ਡਾਇਰੈਕਟਰ ਨਾ, ਉਹਦਾ ਇੱਕ ਆਰਟ ਆ ਉਹਦੇ ਕੋਲ ਵੀ ਮੈਂ ਇਸ ਚੀਜ਼ ਨੂੰ ਐਡੀ ਵੱਡੀ ਬਣਾ ਦਿਆਂਗਾ ਵੀ ਲੋਕੀ ਇਹਨੂੰ ਭੁੱਲ ਨਹੀਂ ਸਕਣਗੇ। ਸੋ ਇਹ ਸਾਡਾ ਸਾਹਿਤ ਜਿਹੜਾ ਇਦਾਂ ਟਰੈਵਲ ਕਰਦਾ। ਠੀਕ ਹੈ। ਤੇ ਤੁਹਾਡੇ ਦੂਜੇ ਨਾਵਲ ਦੀ ਗੱਲ ਆਪਾਂ ਕਰਦੇ ਹਾਂ ਦਾਅ ਵਿੱਚ, ਤੇ ਇਹਦੇ ਵਿੱਚ ਕੀ ਦਾਅ ਵਿੱਚ ਖੇਲਿਆ ਤੁਸੀਂ? ਅੱਛਾ, ਇਹਦੇ ਵਿੱਚ ਔਰਤ ਹੈ ਨਹੀਂ ਕੋਈ। ਠੀਕ ਹੈ। ਇਹਦੇ ਵਿੱਚ ਔਰਤ ਹੈ ਨਹੀਂ ਕੋਈ ਨਹੀਂ। ਇਹਦੇ ਵਿੱਚ ਇਹ ਸਾਡੀ ਜਿਹੜੀ ਆਮ ਤੌਰ ਦੇ ਉੱਤੇ ਹੜਤਾਲਾਂ ਹੁੰਦੀਆਂ ਨੇ ਸਾਡੇ ਫੈਕਟਰੀਆਂ ਦੇ ਵਿੱਚ, ਇਹ ਮਜ਼ਦੂਰਾਂ ਦੀ ਕਹਾਣੀ ਹੈ। ਠੀਕ। ਔਰ ਮੈਂ ਇਹਦੇ ਵਿੱਚ ਇਹ ਪੇਸ਼ ਕੀਤਾ ਵੀ ਇੱਕ ਫੈਕਟਰੀ ਦੇ ਵਿੱਚ ਜਿਹੜੀ ਹੜਤਾਲ ਹੋਈ ਆ, 700-800 900 ਬੰਦਾ ਹੜਤਾਲ ਦੇ ਉੱਤੇ ਆ, ਔਰ ਉਸ ਹੜਤਾਲ ਨੂੰ ਲੀਡ ਕਰ ਰਹੀ ਹੈ ਇੱਕ ਪੋਲੀਟੀਕਲ ਪਾਰਟੀ, ਔਰ ਉਹ ਹੜਤਾਲ ਫੇਲ ਹੋ ਜਾਂਦੀ ਹੈ। ਫੇਲ ਹੋ ਜਾਂਦੀ ਹੈ ਜਦੋਂ ਉਹ ਜਿਹੜੇ ਵਰਕਰ ਆ ਉਹ ਜਾਂਦੇ ਨੇ ਉਹਨਾਂ ਕੋਲ ਵੀ ਭਾਈ ਸਾਹਿਬ ਹੁਣ ਅੱਗੋਂ ਕੀ ਕਰਨਾ, ਹੜਤਾਲ ਤਾਂ ਫੇਲ ਹੋ ਗਈ। ਉਹ ਕਹਿੰਦੇ ਜੀ ਹੁਣ ਆਪਾਂ ਲੇਬਰ ਕੋਰਟ ਵਿੱਚ ਜਾਵਾਂਗੇ ਔਰ ਕੇਸ ਲੜਾਂਗੇ। ਉਹ ਬੰਦੇ ਕਹਿੰਦੇ ਇਹ ਤਾਂ ਕੋਈ ਹੱਲ ਨਹੀਂ, ਸਾਡਾ ਕੰਮ ਤਾਂ ਗਿਆ ਨਾ, ਹੁਣ 8 ਸਾਲ 10 ਸਾਲ ਕੇਸ ਚੱਲਦਾ ਰਹੇ ਤੇ ਸਾਨੂੰ ਕੀ ਮਿਲਣਾ। ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਜਿਹੜੀਆਂ ਹੜਤਾਲਾਂ ਨੇ ਇਹ ਪੋਲੀਟੀਕਲ ਪਾਰਟੀਆਂ ਆਪਣੇ ਮਕਸਦ ਲਈ ਕਰਵਾਉਂਦੀਆਂ ਨੇ, ਔਰ ਬਹੁਤ ਸਾਰੇ ਵਰਕਰਾਂ ਨੂੰ ਉਹ ਵਿਹਲਾ ਕਰਕੇ ਬਿਠਾ ਦਿੰਦੀਆਂ ਘਰ ਦੇ ਵਿੱਚ, ਜਾਂ ਉਹਨਾਂ ਨੂੰ ਆਪਣੀ ਪਾਰਟੀ ਸ਼ਾਮਲ ਕਰ ਲੈਂਦੀਆਂ। ਸੋ ਇਹ ਮੇਰਾ ਸਭ ਤੋਂ ਪਹਿਲਾ ਨਾਵਲ ਸੀਗਾ, ਔਰ ਇਹਨੂੰ ਮੈਂ 22 ਦਿਨਾਂ ਦੇ ਵਿੱਚ ਲਿਖਿਆ। ਉਹ ਵੀ ਇੱਕ ਪਬਲਿਸ਼ਰ ਦੀ ਡਿਮਾਂਡ ਦੇ ਉੱਤੇ ਵੀ ਨਾਵਲ ਜਿਹੜਾ ਪੰਜਾਬੀ ਵਿੱਚ ਬਹੁਤ ਘੱਟ ਲਿਖਿਆ ਜਾ ਰਿਹਾ, ਤੁਸੀਂ ਨਾਵਲ ਲਿਖੋ। ਤੇ ਮੈਂ 22 ਕਾਂਡ ਉਹਦੇ ਲਿਖੇ ਪਹਿਲਾਂ, ਇੱਕ ਲਾਈਨ ਦੇ, ਔਰ 22 ਦਿਨਾਂ ਦੇ ਵਿੱਚ ਹੀ ਮੈਂ ਰੋਜ਼ ਦਾ ਇੱਕ ਕਾਂਡ ਲਿਖ ਕੇ ਉਹਨੂੰ 22 ਦਿਨਾਂ ਬਾਅਦ ਨਾਵਲ ਦੀ ਜਿਹੜਾ ਖਰੜਾ ਦੇ ਦਿੱਤਾ ਸੀ। ਤੇ ਇਹ ਕਿਸ ਦੌਰ ਦੀ ਹੈਗੀ ਆ ਦਾਅ ਵਿੱਚ ਨਾਵਲ ਜਿਹੜੀ ਆ? ਕਿਹੜਾ ਟਾਈਮ ਸੀ? ਇਹ ਟਾਈਮ ਸਾਡਾ 70 ਤੋਂ ਸਮਝ ਲਓ 75 ਤੱਕ ਦਾ ਟਾਈਮ ਸੀਗਾ। 73-74 ਦੀ ਗੱਲ ਆ, ਇਹ ਉਹਨਾਂ ਦਿਨਾਂ 'ਚ ਹੜਤਾਲ ਹੋਈ ਸੀਗੀ। ਪਰ ਮੈਂ ਇਸ ਨਾਵਲ ਨੂੰ ਆ ਕੇ ਲਿਖਿਆ 1990 ਦੇ ਵਿੱਚ। ਠੀਕ। ਇਸ ਕਰਕੇ 90 'ਚ ਲਿਖਿਆ ਗਿਆ। ਉਸ ਤੋਂ ਪਹਿਲਾਂ ਮੇਰੀਆਂ ਕਹਾਣੀ ਦੀ ਕਿਤਾਬ ਛਪ ਗਈ, ਹੋਰ ਛਪ ਗਈ, ਕਿਉਂਕਿ ਕਿੰਨਾ ਚਿਰ ਉਹ ਮੇਰੇ ਦਿਮਾਗ 'ਚ ਦਿਲ 'ਚ ਪਿਆ ਰਿਹਾ, ਉਹ ਘਟਨਾ ਪਈ ਰਹੀ ਹੈ। ਲੇਕਿਨ ਜਦੋਂ ਮੈਂ ਉਹਨੂੰ ਲਿਖਣ ਲੱਗਾ ਤਾਂ ਹੀ ਮੈਂ ਕਿਹਾ ਨਾ 22 ਦਿਨਾਂ 'ਚ ਲਿਖ ਦਿੱਤਾ, ਕਿਉਂਕਿ ਸਾਰਾ ਕੁਝ ਮੇਰੇ ਸਾਹਮਣੇ ਸੀਗਾ। ਤੇ ਦੋ ਤਰ੍ਹਾਂ ਦਾ ਉਹਦੇ ਵਿੱਚ ਮੈਂ ਸੰਘਰਸ਼ ਪੇਸ਼ ਕੀਤਾ ਸੀ, ਇੱਕ ਜਾਤੀ, ਇੱਕ ਜਮਾਤੀ, ਆਪਣਾ ਵੀ ਔਰ ਪੂਰੇ ਉਸ ਜਮਾਤ ਦਾ ਵੀ, ਮਜ਼ਦੂਰ ਜਮਾਤ ਦਾ। ਉਸ ਤੋਂ ਬਾਅਦ ਫਿਰ ਮੇਰਾ ਨਾਵਲਾਂ ਵਾਲੇ ਪਾਸੇ ਜਿਹੜਾ ਝੁਕਾਅ ਸ਼ੁਰੂ ਹੋ ਗਿਆ। ਤੇ ਇੱਕ ਹੋਰ ਤੁਹਾਡਾ ਨਾਵਲ ਹੈਗਾ ਆ ਰੰਗ ਤਮਾਸ਼ਾ, ਤੇ ਇਹਦੇ ਵਿੱਚ ਕੀ ਰੰਗ ਭਰੇ ਹੋ ਤੇ ਕਿਹੜੇ ਤਮਾਸ਼ੇ ਇਹਦੇ ਵਿੱਚ ਦਰਸਾਏ ਹੋਏ? ਰੰਗ ਤਮਾਸ਼ਾ ਅਸਲ ਦੇ ਵਿੱਚ ਮੈਂ ਇਹ ਨਾਵਲ ਜਿਹੜਾ ਆ ਇਹ ਮੇਰੀ ਅਮਰੀਕਾ ਫੇਰੀ ਬਾਰੇ ਨਾਵਲ ਸੀਗਾ। ਸਾਨੂੰ ਅਮਰੀਕਨ ਗਵਰਨਮੈਂਟ ਦਾ ਇੱਕ ਇਨਵੀਟੇਸ਼ਨ ਆਇਆ ਸੀਗਾ। 3 ਪੱਤਰਕਾਰ ਅਸੀਂ ਇੱਥੋਂ ਗਏ ਸੀ ਪੂਰੇ ਹਿੰਦੁਸਤਾਨ 'ਚੋਂ, ਔਰ 3 ਪੱਤਰਕਾਰ ਪਾਕਿਸਤਾਨ ਤੋਂ ਗਏ ਸੀ। ਅਸੀਂ 6 ਦੇ 6 ਬੰਦੇ, ਅਸੀਂ 20-22 ਦਿਨ ਇਕੱਠੇ ਰਹੇ। ਉਹ ਜਿਹੜੇ ਪਾਕਿਸਤਾਨ ਤੋਂ ਆਏ ਸੀਗੇ ਜਰਨਲਿਸਟ, ਉਹ ਆਪਣੇ ਬਾਪ ਦਾਦਿਆਂ ਦੀਆਂ ਗੱਲਾਂ ਸੁਣਾਉਂਦੇ ਸੀ ਜੋ ਸਾਡੇ ਬਾਰੇ ਕਰਦੇ ਸੀ, ਤੇ ਅਸੀਂ ਆਪਣੇ ਬਾਪ ਦਾਦਿਆਂ ਦੀਆਂ ਗੱਲਾਂ ਉਹਨਾਂ ਨੂੰ ਸੁਣਾਉਂਦੇ ਸੀ ਵੀ ਜੋ ਅਸੀਂ ਮੁਸਲਮਾਨਾਂ ਬਾਰੇ ਸੁਣੀਆਂ ਸੀਗੀਆਂ। ਇੱਕ ਤਾਂ ਇਹ ਜਿਹੜੀ ਰੰਗਾਂ ਦੀ ਨਾ, ਇਹ ਥੋੜੀ ਜਿਹੀ ਵੱਖਰੇ ਰੰਗ ਦੇ ਲੋਕ ਆਪਾਂ ਨੂੰ ਪਤਾ ਲੱਗਦੇ ਆ। ਫਿਰ ਸਾਨੂੰ ਜਿਹੜੇ ਲੋਕ ਨੇ ਉੱਥੇ ਅਮਰੀਕੀਆਂ ਨੇ ਸਾਨੂੰ ਬੁਲਾਇਆ ਸੀਗਾ, ਉਹ ਸਾਨੂੰ ਵੱਖਰੇ ਅਦਾਰਿਆਂ 'ਚ ਲੈ ਕੇ ਜਾਂਦੇ ਸੀਗੇ ਜਿਹੜੇ ਇਕੱਲੇ ਕ੍ਰਿਸਚਨਾਂ ਦੇ ਅਦਾਰੇ ਸੀਗੇ, ਔਰ NGOs ਚਲਾ ਰਹੇ ਸੀਗੇ ਉਹ ਸਿਰਫ ਕ੍ਰਿਸਚਨਾਂ ਲਈ। ਸਾਨੂੰ ਇਹ ਬੜੀ ਦਿੱਕਤ ਹੋਈ ਉੱਥੇ ਜਾ ਕੇ, ਜਦੋਂ ਅਸੀਂ ਉਹਨਾਂ ਨੂੰ ਸਵਾਲ ਕਰਨੇ ਵੀ ਤੁਹਾਡੇ ਇਸ ਅਦਾਰੇ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੀ ਤੁਸੀਂ ਚੈਰਿਟੀ ਕਰ ਰਹੇ ਹੋ, ਕ੍ਰਿਸਚਨਾਂ ਤੋਂ ਇਲਾਵਾ ਵੀ ਲੋਕ ਹੈਗੇ, ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ ਇਸ ਗੱਲ ਦਾ। ਸਾਨੂੰ ਇਹ ਲੱਗਦਾ ਸੀਗਾ ਵੀ ਇਹ ਜਿਹੜੇ ਲੋਕ ਨੇ ਇੱਥੇ, ਇੱਕ ਸਾਰੇ ਵਰਲਡ ਦੇ ਜਿਹੜੇ ਕ੍ਰਿਸਚਨ ਲੋਕ ਨੇ,
ਉਹਨਾਂ ਨੂੰ ਅਗਵਾਈ ਦਿੰਦੇ ਆ। ਜਿਹੜੇ ਲੋਕ ਉੱਥੇ ਇਮੀਗ੍ਰੇਸ਼ਨ ਜਿਹਨਾਂ ਨੂੰ ਚਾਹੀਦੀ ਆ ਉਹਨਾਂ ਨੂੰ ਫਟ ਦਵਾਉਂਦੇ ਨੇ। ਤੇ ਦੂਜੇ ਪਾਸੇ ਇਸ ਜ਼ਿਕਰ ਕੀਤਾ ਵੀ ਸਾਡੇ ਹਿੰਦੂ ਸਿੱਖ ਉੱਥੇ ਕੀ ਕਰ ਰਹੇ ਨੇ। ਇਹ ਮੰਦਿਰ ਗੁਰਦੁਆਰੇ ਬਣਾਉਣ ਤੇ ਜ਼ੋਰ ਦਿੱਤਾ ਇਹਨਾਂ ਨੇ। ਮੰਦਿਰ ਗੁਰਦੁਆਰੇ ਉਹ ਸਾਰੇ ਜਾ ਰਹੇ ਨੇ, ਲੇਕਿਨ ਇਹਨਾਂ ਨੇ ਕੋਈ ਕਮਿਊਨਿਟੀ ਦਾ ਭਲਾ ਕਰਨ ਵਾਲਾ ਉੱਥੇ ਕੰਮ ਨਹੀਂ ਕੀਤਾ ਸਿਵਾਏ ਲੰਗਰ ਤੋਂ। ਇਹਨਾਂ ਨੂੰ ਵੀ ਕਮਿਊਨਿਟੀ ਸੈਂਟਰ ਉਹਨਾਂ ਵੱਲ ਵੇਖ ਕੇ ਖੋਲ੍ਹਣੇ ਚਾਹੀਦੇ ਸੀਗੇ। ਇਹਨਾਂ ਦੇ ਨੌਜਵਾਨ ਜਿਹੜੇ ਗਲਤ ਢੰਗ ਨਾਲ ਉੱਥੇ ਜਾਂਦੇ ਆ ਉਹਨਾਂ ਨੂੰ ਇਮੀਗ੍ਰੇਸ਼ਨ ਦਿਵਾਉਣ ਦੇ ਵਿੱਚ ਇਹਨਾਂ ਦਾ ਵੀ ਰੋਲ ਬਣਦਾ ਸੀਗਾ, ਇਹਨਾਂ ਨੇ ਨਹੀਂ ਕੀਤਾ। ਸੋ ਇਹੋ ਜਿਹੀਆਂ ਗੱਲਾਂ ਇਹਦੇ ਵਿੱਚ ਸ਼ਾਮਲ ਨੇ। ਤੇ ਇਹਦੇ ਵਿੱਚ ਜਿਹੜੀ ਇੱਕ ਪਾਕਿਸਤਾਨ ਤੋਂ ਪੱਤਰਕਾਰ ਆਈ ਹੁੰਦੀ ਹੈ ਨਾ, ਉਹਦਾ ਇੱਕ ਹਿੰਦੁਸਤਾਨੀ ਬੰਦੇ ਨਾਲ ਇਸ਼ਕ ਵੀ ਹੋ ਜਾਂਦਾ। ਠੀਕ, ਉਹਦਾ ਵੀ ਜ਼ਿਕਰ ਹੈ। ਠੀਕ ਹੈ। ਸੋ ਇਹਦੇ ਵਿੱਚ ਨਾ ਇਹ ਗੱਲ ਪੇਸ਼ ਕੀਤੀ। ਇੱਕ ਉਹਦੇ ਵਿੱਚ ਇੱਕ ਪਾਤਰ ਗੱਲ ਇਹ ਕਹਿੰਦਾ ਵੀ ਜਦੋਂ ਇਹਨੂੰ ਮੈਂ ਲਿਖਣਾ ਚਾਹੁੰਦਾ ਸੀ ਸਫ਼ਰਨਾਮੇ ਦੇ ਤੌਰ ਦੇ ਉੱਤੇ, ਫਿਰ ਇਹ ਮੇਰੇ ਮਨ 'ਚ ਆਇਆ ਵੀ ਜੇ ਆਪਾਂ ਸਾਰਿਆਂ ਨੂੰ ਪਾਤਰ ਬਣਾ ਦਈਏ ਤੇ ਇੱਕ ਨਾਵਲ ਲਿਖ ਦਈਏ ਤੇ ਇਹ ਪੜ੍ਹਿਆ ਵੀ ਜ਼ਿਆਦਾ ਜਾਊਗਾ। ਮੈਂ ਉਹ ਸਫ਼ਰਨਾਮੇ ਵਾਲੀ ਗੱਲ ਵਿੱਚ ਪੂਰੀ ਰੱਖੀ, ਕਿੱਥੇ ਕਿੱਥੇ ਵਿਜ਼ਿਟ ਕੀਤਾ, ਨਾਲ ਨਾਲ ਉਹ ਇਸ਼ਕ ਵਾਲੀ ਲਾਈਨ ਵੀ ਚਲਾਈ ਉਹਨਾਂ ਦੀ ਦੋਵਾਂ ਦੀ, ਨਾਲ ਨਾਲ ਇਹ ਵੀ ਚਲਾਇਆ ਵੀ ਜਦੋਂ ਸਾਡੇ ਲੋਕ ਪਾਕਿਸਤਾਨ ਵਾਲੇ ਲੋਕਾਂ ਨਾਲ ਦੁਸ਼ਮਣੀ ਹੁੰਦੀ ਆ, ਜਾਂ ਸਾਡੇ ਲੋਕ ਨਹੀਂ ਦੁਸ਼ਮਣ ਹੁੰਦੇ ਲੇਕਿਨ ਸਰਕਾਰਾਂ ਦੁਸ਼ਮਣ ਨੇ, ਠੀਕ ਨੇ। ਮੁਸਲਮਾਨਾਂ ਨੂੰ ਜਦੋਂ 47 ਵੇਲੇ ਹੋਇਆ, ਮੁਸਲਮਾਨਾਂ ਨੂੰ ਮਾਰਿਆ, ਸਿੱਖਾਂ ਨੇ ਮਾਰਿਆ, ਹਿੰਦੂਆਂ ਨੇ ਮਾਰਿਆ, ਹਿੰਦੂਆਂ ਨੂੰ ਵੀ ਮਾਰਿਆ ਮੁਸਲਮਾਨਾਂ ਨੇ, ਸਾਰਾ ਕੁਝ ਹੁੰਦਾ ਰਿਹਾ। ਪਰ ਪਾਕਿਸਤਾਨ ਅਮਰੀਕਾ ਵਿੱਚ ਕੀ ਹੋਇਆ ਵੀ ਇੱਧਰੋਂ ਮੁਸਲਮਾਨ ਵੀ ਗਏ, ਸਾਡੇ ਇੱਧਰੋਂ ਹਿੰਦੁਸਤਾਨੀ ਵੀ ਗਏ ਆ। ਉੱਥੇ ਕੀ ਹੋ ਰਿਹਾ ਵਾ ਵੀ ਜਦੋਂ ਪਿੱਛੇ ਜੇ ਵੱਢ ਕੱਟ ਹੋਈ ਆ ਤਾਂ ਉੱਥੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਮਾਰਿਆ ਗਿਆ। ਤੁਹਾਡੇ ਸਾਹਮਣੇ ਆਇਆ ਨਾ ਵੀ ਉਹ ਲਦੇਨ ਨਾਲ ਸ਼ਕਲ ਮਿਲਦੀ ਆ ਜੀ ਸਰਦਾਰ ਦੀ। ਤੇ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀਗਾ, ਮੈਂ ਕਿਹਾ ਕਿੱਥੇ ਤਾਂ 47 ਵੇਲੇ ਆ ਹੋਇਆ ਵੀ ਮੁਸਲਮਾਨਾਂ ਨੂੰ ਮਾਰਿਆ ਗਿਆ, ਸਿੱਖਾਂ ਨੂੰ ਮਾਰਿਆ ਗਿਆ, ਕਿੱਥੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਮਾਰਿਆ ਗਿਆ। ਤੇ ਇਹ ਗੱਲ ਕੀ ਬਣਦੀ ਹੈ? ਇਹ ਕਿਹੋ ਜਿਹੇ ਰੰਗ ਤਮਾਸ਼ੇ ਜਿਹੜੇ ਆ ਇਹ ਸਾਡੇ ਵਿਸ਼ਵ ਦਾ ਜਦੋਂ ਅਸੀਂ ਪੂਰਾ ਦੇਖਦੇ ਆ ਉਹਦੇ ਵਿੱਚ ਕਿਹੋ ਜਿਹੇ ਰੰਗ ਤਮਾਸ਼ੇ ਹੋ ਰਹੇ ਆ। ਇਸ ਗੱਲ ਦਾ ਜ਼ਿਕਰ ਸੀਗਾ। ਔਰ ਇਹ 'ਚ ਬੜੀਆਂ ਪਿਆਰੀਆਂ ਗੱਲਾਂ ਹੋਈਆਂ ਵੀ ਜਿਹੜੀਆਂ ਅਸੀਂ ਦੱਸੀਆਂ ਵੀ ਸਾਡੇ ਬਾਪ ਦਾਦਿਆਂ ਨੇ ਇਹ ਦੱਸਿਆ ਉੱਥੋਂ ਆ ਕੇ ਵੀ ਬੜਾ ਪਿਆਰ ਸੀ ਆਪਸ 'ਚ ਲੋਕਾਂ ਦਾ। ਤੇ ਅਸੀਂ ਉਹਨਾਂ ਨਾਲ 20 ਦਿਨ ਮੁਹੱਬਤ ਹੰਢਾਈ ਉਹਨਾਂ ਸਾਰਿਆਂ ਲੋਕਾਂ ਨਾਲ। ਲੇਕਿਨ ਉਹ ਬੜੇ ਇੰਨੇ ਖੁਸ਼ ਸੀਗੇ ਔਰ ਸਾਰੇ ਪੰਜਾਬੀ ਬੋਲਣ ਵਾਲੇ, ਔਰ ਬੜਾ ਮਜ਼ਾ ਆਇਆ। ਚਲੋ ਹੁਣ ਹਜੇ ਤੁਹਾਡੀਆਂ ਕਹਾਣੀਆਂ ਤੇ ਆਪਾਂ ਗੱਲਾਂ ਕਰਨੀਆਂ ਆ। ਤੇ ਦੋਸਤੋ ਆਪਾਂ ਲੈਂਦੇ ਹਾਂ ਥੋੜੀ ਜਿਹੀ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਪਾਂ ਕਰਾਂਗੇ ਇਹਨਾਂ ਦੀਆਂ ਜਿਹੜੀਆਂ ਕਹਾਣੀਆਂ ਲਿਖੀਆਂ ਹੋਈਆਂ ਉਹਨਾਂ ਤੇ ਗੱਲਬਾਤ। ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ।